आप लियो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਮੈਂ ਕਾਜ ਗੁਰੂ ਕੇ ਜਾਵੋ, ਤਨ ਕੇ ਅੰਤ ਸਮੈ ਪੁਨ ਆਵੋ। ਇਮ ਕਹਿ ਗਇਓ ਦੇਸ਼ ਤਿਸ ਮਾਹੀ, ਕਰ ਸੰਗਤ ਪਤਰੀ ਪਟ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਗੁਰੂ ਲੇਖੇ ਲਾ ਰਹੇ ਹੋ, ਸਫਲਿਆਂ ਕਰ ਰਹੇ ਹੋ। ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਨਿਤਨੇਮ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜੀਏ, ਗੁਰੂ ਕੀ ਪਾਵਨ ਪਵਿੱਤਰ ਕਥਾ ਨਾਲ ਜੁੜ ਜਾਈਏ। ਬਾਬਾ ਬਿਧੀ ਚੰਦ ਜੀ ਗੁਰੂ ਸਾਹਿਬ ਦੀ ਆਗਿਆ ਲੈ ਕੇ ਪੂਰਬ ਔਰ ਦੱਖਣ ਦੀ ਸੰਗਤਾਂ ਨੂੰ ਤਾਰਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਹਨ। ਅਤੇ ਬਾਬਾ ਜੀ ਦਿਓ ਨਗਰ ਜੋ ਯੂਪੀ ਦੇ ਵਿੱਚ ਸਾਧ ਸੰਗਤ ਜੀ ਅਯੁੱਧਿਆ ਦੇ ਨੇੜੇ ਹੈ, ਉਸ ਨਗਰ ਵਿੱਚ ਜਾ ਕੇ ਸੁੱਕੇ ਦਰੱਖਤ ਥੱਲੇ ਬੈਠੇ ਅਤੇ ਬਹੁਤ ਜ਼ਿਆਦਾ ਬਾਬਾ ਜੀ ਦੀ ਮਾਨਤਾ ਹੋਈ ਕਿ ਉਹ ਦਰੱਖਤ ਹਰਾ ਭਰਾ ਹੋ ਗਿਆ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ। ਬਹੁਤ ਸੰਗਤਾਂ ਗੁਰੂ ਕੀ ਬਾਣੀ ਪੜ੍ਹਨ ਲੱਗ ਪਈਆਂ, ਨਾਮ ਜਪਣ ਲੱਗ ਪਈਆਂ ਅਤੇ ਗੁਰੂ ਨਾਲ ਜੁੜ ਗਈਆਂ। ਜਦੋਂ ਗੁਰੂ ਘਰ ਦੀ ਇਹ ਮਹਿਮਾ ਦਾ ਪਤਾ ਬਾਬਾ ਸੁੰਦਰ ਸ਼ਾਹ ਫਕੀਰ ਨੂੰ ਲੱਗਾ, ਉਹ ਸ਼ੇਰ 'ਤੇ ਸਵਾਰ ਹੋ ਕੇ ਆਏ। ਮਨ ਵਿੱਚ ਇਰਾਦਾ ਸੀ ਕਿ ਬਿਧੀ ਚੰਦ ਨੂੰ ਡਰਾ ਕੇ ਭਜਾ ਦਿਆਂਗੇ, ਪਰ ਬਾਬਾ ਬਿਧੀ ਚੰਦ ਜੀ ਦੀ ਦ੍ਰਿਸ਼ਟੀ ਨਾਲ ਉਹਨਾਂ ਦਾ ਜੀਵਨ ਹੀ ਬਦਲ ਗਿਆ, ਸੋਚ ਹੀ ਬਦਲ ਗਈ, ਕਿਉਂਕਿ ਜਿਹੜੇ ਸ਼ੇਰ 'ਤੇ ਬੈਠੇ ਸਨ ਉਹ ਪੱਥਰ ਦਾ ਬਣ ਗਿਆ, ਭਾਵ ਜੜ ਹੋ ਗਿਆ। ਅਤੇ ਉਹਦੀ ਆਤਮਾ ਨੂੰ ਬਾਬਾ ਜੀ ਨੇ ਮੁਕਤੀ ਦਿੱਤੀ ਤਾਂ ਪਤਾ ਲੱਗਾ ਕਿ ਉਹ ਪਿਛਲੇ ਜਨਮ ਦਾ ਸਰਾਪਿਆ ਹੋਇਆ ਕਿੰਨਰ ਸੀ, ਵਾਪਸ ਦੇਵ ਲੋਕ ਨੂੰ ਚਲਾ ਗਿਆ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਦੇ ਨਾਲ। ਕਿਉਂਕਿ ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰੂ ਦੇ ਪਿਆਰੇ ਸਾਧੂਆਂ ਦੇ, ਮਹਾਂਪੁਰਸ਼ਾਂ ਦੇ, ਸੰਤਾਂ ਦੇ ਕੋਲ ਰਹਿਣ ਦਾ ਇਹ ਫਾਇਦਾ ਹੈ ਕਿ ਉਹਨਾਂ ਦੇ ਦਰਸ਼ਨ ਕਰਕੇ ਜੀਵ ਆਤਮਾ ਦਾ ਕਲਿਆਣ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਬਾਬਾ ਬਿਧੀ ਚੰਦ ਜੀ ਨੇ ਉਸ ਮਹਾਂਪੁਰਸ਼ ਬਾਬਾ ਸੁੰਦਰ ਸ਼ਾਹ ਜੀ ਦੇ ਮਨ ਵਿੱਚ ਵੀ ਪ੍ਰੇਮਾ ਭਗਤੀ ਦਾ ਬੀਜ ਦਿੱਤਾ ਹੈ। ਤਾਂ ਉਹ ਸਾਧੂ ਸਨ, ਪਰ ਆਪਣੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ, ਆਪਣੀ ਆਤਮਿਕ ਸ਼ਕਤੀ ਦੇ ਚੱਕਰ ਵਿੱਚ ਕਿਤੇ ਰੋਕ ਪਈ ਹੋਈ ਸੀ, ਉਹ ਰੋਕ ਟੁੱਟ ਗਈ ਅਤੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਪੂਰਨ ਪ੍ਰੇਮਾ ਭਗਤੀ 'ਚ ਭਿੱਜ ਗਏ। ਬੇਨਤੀ ਕੀਤੀ ਮਹਾਰਾਜ ਬਾਬਾ ਬਿਧੀ ਚੰਦ ਜੀ ਨੂੰ ਕਿ ਤੁਸੀਂ ਮੇਰੇ ਕੋਲ ਹੀ ਰਹੋ, ਮੈਂ ਚਾਹੁੰਦਾ ਵੀ ਮੈਂ ਤੁਹਾਡੇ ਚਰਨਾਂ ਵਿੱਚ ਤੁਹਾਡੇ ਦੇਖਦਿਆਂ ਹੀ ਆਪਣਾ ਸਰੀਰ ਛੱਡਾਂ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਤੁਹਾਡਾ ਅਤੇ ਸਾਡਾ ਸਰੀਰ ਛੱਡਣ ਦਾ ਸਮਾਂ ਇੱਕ ਹੈ, ਦਿਨ ਵੀ ਇੱਕ ਹੈ, ਮਹੀਨਾ ਵੀ ਇੱਕ ਹੈ, ਸਮਾਂ ਵੀ ਇੱਕ ਹੈ, ਅਤੇ ਇੱਕੋ ਘੜੀ ਆਪਾਂ ਪ੍ਰਾਣ ਤਿਆਗਣੇ। ਇਸ ਕਰਕੇ ਅਸੀਂ ਤੁਹਾਡੇ ਕੋਲ ਆ ਜਾਵਾਂਗੇ ਜਦੋਂ ਤੁਹਾਡੇ ਸਰੀਰ ਦਾ ਅੰਤ ਸਮਾਂ ਆਵੇਗਾ। ਹੁਣ ਅਸੀਂ ਗੁਰੂ ਘਰ ਦਾ ਕਾਰਜ ਕਰਨ ਲਈ ਅੱਗੇ ਜਾਣਾ ਹੈ। ਤਾਂ ਬਾਬਾ ਜੀ ਸਮੁੰਦਰੀ ਟਾਪੂਆਂ 'ਚ ਗਏ ਹਨ, ਉੱਥੋਂ ਸਿੱਖੀ ਦਾ ਪ੍ਰਚਾਰ ਕਰਕੇ ਕਿਵੇਂ ਵਾਪਸ ਆਏ ਹਨ, ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਮੈਂ ਕਾਜ ਗੁਰੂ ਕੇ ਜਾਵਾਂ। ਬਾਬਾ ਬਿਧੀ ਚੰਦ ਜੀ ਬਾਬਾ ਸੁੰਦਰ ਸ਼ਾਹ ਨੂੰ ਕਹਿਣ ਲੱਗੇ ਕਿ ਹੁਣ ਤਾਂ ਅਸੀਂ ਗੁਰੂ ਦੇ ਕਾਰਜ ਲਈ ਜਾ ਰਹੇ ਹਾਂ, ਤਨ ਕੇ ਅੰਤ ਸਮੈ ਪੁਨ ਆਵਾਂ। ਜਦੋਂ ਸਾਡੇ ਸਰੀਰ ਦਾ ਅੰਤ ਸਮਾਂ ਆਵੇਗਾ ਅਸੀਂ ਵਾਪਸ ਤੁਹਾਡੇ ਕੋਲ ਆ ਜਾਵਾਂਗੇ। ਇਮ ਕਹਿ ਗਇਓ ਦੇਸ਼ ਤਿਸ ਮਾਹੀ। ਇਸ ਤਰ੍ਹਾਂ ਕਹਿ ਕੇ ਬਾਬਾ ਬਿਧੀ ਚੰਦ ਜੀ ਸਮੁੰਦਰੀ ਟਾਪੂਆਂ ਵਿੱਚ ਚਲੇ ਗਏ ਹਨ। ਗੁਰ ਸੰਗਤ ਪਤਰੀ ਪਠ ਜਾਹੀ। ਜਿੱਥੋਂ ਗੁਰੂ ਦੀਆਂ ਸੰਗਤਾਂ ਨੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਚਿੱਠੀ ਭੇਜੀ ਸੀ ਕਿ ਗੁਰੂ ਸਾਹਿਬ ਆਪ ਕਿਰਪਾ ਕਰਕੇ ਸਾਡੇ ਸਮੁੰਦਰੀ ਟਾਪੂਆਂ ਵਿੱਚ ਵੀ ਆਉਣ, ਇੱਥੇ ਵੀ ਸਿੱਖੀ ਦਾ ਪ੍ਰਚਾਰ ਕਰਨ, ਨਾਮ ਬਾਣੀ ਨਾਲ ਜੋੜਨ ਸਾਨੂੰ। ਪਰ ਮਹਾਰਾਜ ਨੇ ਅੱਗੋਂ ਕਿਹਾ ਸੀ ਵੀ ਅਸੀਂ ਆਪਣੇ ਸੇਵਕ ਬਾਬਾ ਬਿਧੀ ਚੰਦ ਜੀ ਨੂੰ ਭੇਜ ਰਹੇ ਹਾਂ।
ਹੁਕਮਨਾਮਾ ਦੇ ਕੇ ਸਤਿਗੁਰੂ ਜੀ ਨੇ ਉਸ ਇਲਾਕੇ 'ਚ ਬਾਬਾ ਬਿਧੀ ਚੰਦ ਜੀ ਨੂੰ ਆਪਣਾ ਹੀ ਰੂਪ ਸਮਝ ਕੇ ਭੇਜਿਆ ਹੈ। ਸਾਗਰ ਟਾਪੂ ਮਹਿ ਅਬਿਰਾਮ। ਸਮੁੰਦਰ ਦਾ ਜੋ ਟਾਪੂ ਹੈ, ਸਾਧ ਸੰਗਤ ਜੀ, ਸਿੰਗਲਾ ਦੀਪ ਹੈ ਔਰ ਮੈਨਾਕ ਪਰਬਤ ਹੈ। ਇੱਦਾਂ ਦੇ ਬਹੁਤ ਸਮੁੰਦਰ ਵਿੱਚ ਛੋਟੇ ਛੋਟੇ ਟਾਪੂ ਹਨ ਜਿੱਥੇ ਦੁਨੀਆ ਵਸਦੀ ਹੈ। ਗੁਰੂ ਨਾਨਕ ਦੇਵ ਜੀ ਉਹਨਾਂ ਟਾਪੂਆਂ ਵਿੱਚ ਵੀ ਗਏ ਸਨ। ਉਹਨਾਂ ਟਾਪੂਆਂ ਵਿੱਚ ਜਾ ਕੇ ਬਾਬਾ ਨਾਨਕ ਨੇ, ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੇਸ਼ਾਂ ਪ੍ਰਦੇਸ਼ਾਂ 'ਚ ਫੈਲ ਗਈ। ਸੋ ਉਹ ਹੁਣ ਜਿਹੜੇ ਉੱਥੇ ਸਿੱਖ ਰਹਿੰਦੇ ਹਨ, ਗੁਰਬਾਣੀ ਪੜ੍ਹਦੇ, ਨਾਮ ਜਪਦੇ, ਗੁਰੂ ਨਾਲ ਜੁੜੇ ਹੋਏ ਹਨ। ਪੁਰ ਮੈਂ ਨਾਕ ਤਾਹੇ ਕੋ ਨਾਮ। ਉਹਨਾਂ ਵਿੱਚੋਂ ਇੱਕ ਨਗਰੀ ਦਾ ਨਾਮ ਮੈਨਾਕਪੁਰੀ ਹੈ। ਦਿਓ ਹੁਕਮਨਾਮਾ ਗੁਰ ਕੇਰਾ। ਉੱਥੇ ਜਾ ਕੇ ਬਾਬਾ ਬਿਧੀ ਚੰਦ ਜੀ ਨੇ ਸਤਿਗੁਰੂ 6ਵੇਂ ਪਾਤਸ਼ਾਹ ਦਾ ਹੁਕਮਨਾਮਾ, ਜੋ ਹੱਥ ਨਾਲ ਲਿਖਿਆ ਹੋਇਆ ਸੀ, ਸਤਿਗੁਰਾਂ ਦੀ ਮੋਹਰ ਲੱਗੀ ਹੋਈ ਸੀ, ਉਥੋਂ ਦੀਆਂ ਸੰਗਤਾਂ ਨੂੰ ਦਿੱਤਾ ਹੈ। ਇਹੋ ਸਿੱਖ ਪੇਖੋ ਰੂਪ ਜਿਮ ਮੇਰਾ। ਉਹਦੇ ਹੁਕਮਨਾਮੇ 'ਚ ਇਹ ਵੀ ਲਿਖਿਆ ਹੋਇਆ ਸੀ ਬਈ ਗੁਰੂ ਸਾਹਿਬ ਜੀ ਨੇ ਲਿਖਿਆ ਸੀ ਕਿ ਇਹ ਜਿਹੜਾ ਬਿਧੀ ਚੰਦ ਸਿੱਖ ਹੈ, ਮੇਰਾ ਹੀ ਰੂਪ ਹੈ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹਨਾਂ ਵਿੱਚ ਤੇ ਸਾਡੇ 'ਚ ਫਰਕ ਨਹੀਂ। ਇੰਨਾ ਮਾਣ ਗੁਰੂ ਸਾਹਿਬ ਜੀ ਨੇ ਦਿੱਤਾ ਸੀ। ਸੁਨਤ ਆਨੰਦ ਭਏ ਸਿੱਖ ਸਾਰੇ। ਉਥੋਂ ਦੀਆਂ ਸੰਗਤਾਂ ਨੇ ਜਦੋਂ ਗੁਰੂ ਸਾਹਿਬ ਦਾ ਹੁਕਮਨਾਮਾ ਪੜ੍ਹਿਆ, ਸੁਣਿਆ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ, ਕਿਉਂਕਿ ਉਹ ਸਿੱਖ ਸ਼ਬਦ ਦੇ ਪੁਜਾਰੀ ਸਨ, ਸਰੀਰ ਦੇ ਨਹੀਂ। ਉਹ ਗੁਰੂ ਦੇ ਬਚਨਾਂ ਨੂੰ ਮੰਨਦੇ ਸਨ। ਜੇ ਗੁਰੂ ਦੀ ਬਾਣੀ 'ਚ ਲਿਖਿਆ ਹੈ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਧੋ ਵਾਰੇ, ਗੁਰੂ ਆਪਣੇ ਸਿੱਖਾਂ 'ਚ ਹੀ ਰਹਿੰਦਾ ਹੈ, ਤੇ ਫਿਰ ਸਾਨੂੰ ਗੁਰੂ ਦਾ ਸ਼ਬਦ ਮੰਨਣਾ ਚਾਹੀਦਾ, ਸ਼ੰਕਾ ਹੋਣਾ ਹੀ ਨਹੀਂ ਚਾਹੀਦਾ। ਜਿਹੜੇ ਗੁਰੂ ਵਿੱਚ ਤੇ ਸਿੱਖਾਂ 'ਚ ਫਰਕ ਸਮਝਦੇ ਨੇ, ਅਜੇ ਉਹਨਾਂ ਨੂੰ ਸਿੱਖੀ ਦਾ ਪਤਾ ਹੀ ਨਹੀਂ ਲੱਗਾ। ਸਿੱਖੀ ਦਾ ਊੜਾ ਐੜਾ ਹੀ ਨਹੀਂ ਪਤਾ ਅਜੇ ਵੀ ਸਿੱਖੀ ਕੀ ਚੀਜ਼ ਹੈ, ਗੁਰਮਤਿ ਕੀ ਹੈ। ਆਪਣੀ ਮਨ ਦੀ ਮੱਤ ਨਾਲ ਹੀ ਉਹ ਭੇਦਭਾਵ ਕਰਦੇ ਹਨ। ਵੈਸੇ ਗੁਰੂ ਕਾ ਸਿੱਖ ਗੁਰੂ ਦਾ ਰੂਪ ਹੋ ਕੇ ਵੀ ਆਪਣੇ ਆਪ ਨੂੰ ਚਰਨਾਂ ਦਾ ਦਾਸ ਹੀ ਕਹਾਉਂਦਾ ਹੈ। ਆਪਣੇ ਮੂੰਹ ਤੋਂ ਨਹੀਂ ਕਹਿੰਦਾ ਮੈਂ ਗੁਰੂ ਦਾ ਰੂਪ ਹਾਂ, ਪਰ ਸਿੱਖ ਹੁੰਦਾ ਗੁਰੂ ਦਾ ਰੂਪ ਹੀ ਹੈ। ਇਹ ਇੱਕ ਵਿਚਿੱਤਰ ਖੇਡ ਹੈ ਜਿਹੜੀ ਸਾਧ ਸੰਗਤ ਜੀ ਕਹੀ ਨਹੀਂ ਜਾ ਸਕਦੀ, ਸਿਰਫ ਅਨੁਭਵ ਕੀਤੀ ਜਾਂਦੀ ਹੈ। ਉਸ ਵੇਲੇ ਦੇ ਗੁਰਸਿੱਖ ਅਨੁਭਵੀ ਸਨ। ਗੁਰੂ ਸਾਹਿਬ ਦਾ ਬਚਨ ਸੁਣ ਕੇ, ਗੁਰੂ ਸਾਹਿਬ ਦਾ ਹੁਕਮਨਾਮਾ ਸੁਣ ਕੇ ਬੜੇ ਪ੍ਰਸੰਨ ਹੋਏ। ਦੇਤ ਉਪਾਇਨ ਬੰਧਨ ਧਾਰੇ। ਬਾਬਾ ਬਿਧੀ ਚੰਦ ਜੀ ਨੂੰ ਆਪਣੀਆਂ ਪ੍ਰੇਮ ਭੇਟਾਵਾਂ ਦੇ ਦੇ ਕੇ ਮੱਥਾ ਟੇਕਦੇ ਹਨ। ਜਿਵੇਂ ਗੁਰੂ ਦੇ ਚਰਨਾਂ 'ਚ ਮੱਥਾ ਟੇਕੀਦਾ, ਭੇਟਾ ਅਰਪਣ ਕਰੀਦੀ ਹੈ, ਇੱਦਾਂ ਬਾਬਾ ਬਿਧੀ ਚੰਦ ਜੀ ਨੂੰ ਭੇਟਾ ਦੇ ਦੇ ਕੇ ਉਸ ਦੇਸ਼ ਦੇ ਸਾਰੇ ਮੈਨਾਕ ਸ਼ਹਿਰ ਦੇ ਲੋਕਾਂ ਨੇ ਮੱਥਾ ਟੇਕਿਆ ਹੈ। ਸ਼੍ਰੀ ਗੁਰੂ ਹਰਗੋਬਿੰਦ ਮਨਿੰਦ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਤਰ੍ਹਾਂ ਹੀ ਜਿਵੇਂ ਗੁਰੂ ਨੂੰ ਸਮਝਦੇ ਹਨ, ਉੱਦਾਂ ਹੀ ਗੁਰੂ ਦੇ ਸਿੱਖ ਨੂੰ ਸਮਝਿਆ ਹੈ। ਰਤੀ ਜਿੰਨਾ ਵੀ ਭੇਦ ਨਹੀਂ ਜਾਣਿਆ, ਰਾਮ ਸੰਤ ਮੈਂ ਭੇਦ ਕਿਛ ਨਾਹੀ। ਰਾਮ ਔਰ ਸੰਤ ਵਿੱਚ ਫਰਕ ਨਹੀਂ ਹੁੰਦਾ, ਇਹ ਬਾਣੀ ਬਾਰ-ਬਾਰ ਕਹਿੰਦੀ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਹੁਣ ਤੇ ਮੈਂ ਤੇ ਰਾਮ ਇੱਕੋ ਹੀ ਹੋ ਗਏ ਹਾਂ, ਕੋਈ ਪਛਾਣ ਨਹੀਂ ਸਕਦਾ। ਇਹੋ ਜਿਹੀ ਅਵਸਥਾ ਉਹਨਾਂ ਮਹਾਂਪੁਰਸ਼ਾਂ ਦੀ ਹੁੰਦੀ ਹੈ। ਬਿਧੀ ਚੰਦ ਕੋ ਮਨ ਹੈ ਬ੍ਰਿੰਦ। ਸਾਰੇ ਬਾਬਾ ਬਿਧੀ ਚੰਦ ਜੀ ਨੂੰ ਗੁਰੂ ਦਾ ਰੂਪ ਸਮਝ ਕੇ ਮੰਨਣ ਲੱਗ ਪਏ ਹਨ। ਬਸਨ ਵੇ ਭੂਖਨ ਜਰੇ ਜਵਾਹਰ। ਬਹੁਤ ਸੋਹਣੇ ਬਸਤਰ, ਬਹੁਤ ਸੋਹਣੇ ਗਹਿਣੇ, ਬਹੁਤ ਸੋਹਣੇ ਸ਼ਸਤਰ, ਬਹੁਤ ਚੰਗੇ ਘੋੜੇ ਉਸ ਦੇਸ਼ ਦੇ ਲੋਕਾਂ ਨੇ ਗੁਰੂ ਵਾਸਤੇ ਦਿੱਤੇ ਹਨ। ਜਬਰ ਅਜਾਇਬ ਜੇਬ ਸੁਜਾਹਰ। ਜਿਨ੍ਹਾਂ ਦੀ ਬੜੀ ਜੇਬ ਸੀ, ਬੜੀ ਸੋਭਾ ਸੀ, ਬੜੇ ਬੜੇ ਸੁੰਦਰ ਬਸਤਰ, ਕੀਮਤੀ ਕੱਪੜੇ, ਦੁਸ਼ਾਲੇ ਔਰ ਨਾਲ ਗਹਿਣੇ ਸੋਨੇ ਦੇ, ਔਰ ਬਹੁਤ ਸੋਹਣੀਆਂ ਸੋਹਣੀਆਂ ਸੁੰਦਰ ਦਸਤਾਰਾਂ, ਸਤਿਗੁਰਾਂ ਦੇ ਚਰਨਾਂ 'ਚ ਪਾਉਣ ਵਾਸਤੇ ਸੁੰਦਰ ਜੋੜੇ, ਔਰ ਗੁਰੂ ਘਰ ਵਾਸਤੇ ਕੀਮਤੀ ਸੁਗਾਤਾਂ ਉਸ ਦੇਸ਼ ਦੇ ਲੋਕਾਂ ਨੇ ਦਿੱਤੀਆਂ ਹਨ। ਭਾਂਤ ਭਾਂਤ ਕੇ ਭੋਜਨ ਭਾਵਤ। ਔਰ ਬਾਬਾ ਬਿਧੀ ਚੰਦ ਜੀ ਦੀ ਸੇਵਾ ਵੀ ਬੜੀ ਕੀਤੀ ਹੈ। ਬੜੇ ਬੜੇ ਵਧੀਆ ਸਵਾਦਿਸ਼ਟ ਭੋਜਨ
ਮਨ ਭਾਉਂਦੇ ਭੋਜਨ ਛਕਾਏ ਹਨ। ਪ੍ਰੇਮ ਭਾਵ ਤੇ ਭਲੇ ਅਚਾਵਤ। ਉਹ ਪ੍ਰੇਮਾ ਭਗਤੀ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ, ਗੁਰੂ ਦੇ ਸਿੱਖ ਨੂੰ, ਬਾਬਾ ਬਿਧੀ ਚੰਦ ਜੀ ਨੂੰ ਗੁਰੂ ਦਾ ਰੂਪ ਸਮਝ ਕੇ, ਕਿਉਂਕਿ ਐਸਾ ਸੁਣਿਆ ਹੈ ਵੀ ਜੋ ਗੁਰਸਿੱਖਾਂ ਨੂੰ ਲੰਗਰ ਛਕਾਵੇ ਉਹ ਗੁਰੂ ਦੇ ਮੂੰਹ 'ਚ ਪੈਂਦਾ ਹੈ। ਜੋ ਗੁਰਸਿੱਖਾਂ ਨੂੰ ਬਸਤਰ ਭੇਟਾ ਕਰੇ ਉਹ ਬਸਤਰ ਗੁਰੂ ਨੂੰ ਪਹੁੰਚਦਾ ਹੈ। ਜੋ ਗੁਰੂ ਕੇ ਸਿੱਖਾਂ ਨੂੰ ਸ਼ਸਤਰ ਭੇਟਾ ਕਰੇ ਉਹ ਸ਼ਸਤਰ ਗੁਰੂ ਕੋਲ ਪਹੁੰਚਦਾ ਹੈ। ਐਸੀ ਭਾਵਨਾ ਛੇਵੇਂ ਪਾਤਸ਼ਾਹ ਜੀ ਦੇ ਪ੍ਰਤੀ ਗੁਰਸਿੱਖਾਂ ਨੇ ਰੱਖੀ ਹੈ। ਬਾਬਾ ਬਿਧੀ ਚੰਦ ਜੀ ਨੂੰ ਵਧੀਆ ਵਧੀਆ ਭੋਜਨ ਛਕਾਏ ਹਨ। ਰਹਿਣ ਦਿਵਸ ਆਇਸ ਮਹਿ ਰਹੈ। ਉਸ ਦੇਸ਼ ਦੇ ਲੋਕ ਬਾਬਾ ਬਿਧੀ ਚੰਦ ਜੀ ਦੀ ਆਗਿਆ ਵਿੱਚ ਹੀ ਰਹਿੰਦੇ, ਦਿਨ ਰਾਤ ਉਹਨਾਂ ਦਾ ਕਹਿਣਾ ਮੰਨਦੇ ਹਨ। ਬਾਂਛਤ ਹਿਰਦੈ ਮਨੋਰਥ ਲਹੈ। ਜੋ ਵੀ ਮਨ 'ਚ ਮਨੋਰਥ ਹੁੰਦਾ, ਇੱਛਾ ਹੁੰਦੀ ਹੈ, ਉਹ ਉਹਨਾਂ ਦੀ ਪੂਰੀ ਹੋ ਜਾਂਦੀ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਣ ਵਾਲੇ ਲੋਕ ਕਰੋੜਾਂ ਹੀ ਹਨ ਸਾਧ ਸੰਗਤ ਜੀ। ਅੱਜ ਵੀ ਆਪਾਂ ਜਿਹੜੇ ਕਥਾ ਸੁਣ ਰਹੇ ਹਾਂ, ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਗੁਰੂ ਅੱਜ ਸਾਡੀ ਅਰਦਾਸ ਨਹੀਂ ਸੁਣਦਾ। ਅੱਜ ਵੀ ਸੁਣਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੋ ਵੀ ਕੋਈ ਮਨ ਦਾ ਮਨੋਰਥ ਹੁੰਦਾ ਗੁਰੂ ਅੱਗੇ ਅਰਦਾਸ ਕਰੀਦੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਣ ਲੈਂਦੇ ਹਨ। ਗੁਰਬਾਣੀ ਪੜ੍ਹ ਅਰਥ ਸਮੇਤ। ਬਾਬਾ ਜੀ, ਬਾਬਾ ਬਿਧੀ ਚੰਦ ਜੀ ਉਸ ਦੇਸ਼ ਵਿੱਚ ਗੁਰਬਾਣੀ ਦੀ ਕਥਾ ਕਰਦੇ ਹਨ, ਗੁਰਬਾਣੀ ਦਾ ਪ੍ਰਚਾਰ ਕਰਦੇ ਹਨ। ਗੁਰਬਾਣੀ ਪੜ੍ਹ ਅਰਥ ਸਮੇਤ। ਗੁਰਬਾਣੀ ਪੜ੍ਹਦੇ ਨਾਲ ਅਰਥਾਂ ਦੀ ਵਿਚਾਰ ਵੀ ਦੱਸਦੇ, ਕਿਉਂਕਿ ਜੇ ਅਰਥਾਂ ਦਾ ਪਤਾ ਨਾ ਹੋਵੇ ਉੱਦਾਂ ਹੀ ਪਾਠ ਕਰੀਏ ਮਨ ਤਾਂ ਟਿਕਦਾ ਹੈ ਫਿਰ ਵੀ, ਪਰ ਜਿੰਨਾ ਅਰਥਾਂ ਦੇ ਸਮੇਤ ਆਨੰਦ ਆਉਂਦਾ ਹੈ ਉਹਦੀ ਕਹਿਣੀ ਆਨੰਦ ਹੀ ਵੱਖਰਾ ਹੈ, ਉਹਦੇ ਨਾਲ ਅਨੁਭਵ ਹੁੰਦਾ ਹੈ। ਬਾਣੀ ਪੜ੍ਹਨੀ ਵੀ ਚੰਗੀ ਗੱਲ ਹੈ, ਪਰ ਬਾਣੀ ਦੇ ਅਰਥ ਆਉਂਦੇ ਹੋਣ ਤੇ ਫਿਰ ਜਿਵੇਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਬਾਬਾ ਜੀ ਗੁਰਬਾਣੀ ਦੇ ਅਰਥ ਸੰਗਤਾਂ ਨੂੰ ਪੜ੍ਹਾਉਂਦੇ ਹਨ। ਬਿਧੀ ਚੰਦ ਉਪਦੇਸ਼ ਸੋ ਦੇਤ। ਬਾਬਾ ਬਿਧੀ ਚੰਦ ਜੀ ਉਪਦੇਸ਼ ਦਿੰਦੇ, ਭਾਈ ਗੁਰਸਿੱਖੋ ਬਾਣੀ ਪ੍ਰੇਮ ਨਾਲ ਪੜ੍ਹਿਆ ਕਰੋ। ਭਾਵੇਂ ਕੋਈ ਜਪਜੀ ਸਾਹਿਬ ਪੜ੍ਹਦਾ ਹੈ, ਭਾਵੇਂ ਕੋਈ ਆਸਾ ਦੀ ਵਾਰ ਪੜ੍ਹਦਾ ਹੈ, ਭਾਵੇਂ ਕੋਈ ਸੁਖਮਣੀ ਸਾਹਿਬ ਪੜ੍ਹਦਾ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵੀ ਬਾਣੀ ਪੜ੍ਹਦਾ ਸਿੱਖ, ਅਰਥਾਂ ਨੂੰ ਵਿਚਾਰ ਕੇ ਬੜੇ ਪ੍ਰੇਮ ਨਾਲ ਪੜ੍ਹੇਗਾ, ਉਹਨੂੰ ਬੜਾ ਆਨੰਦ ਆਵੇਗਾ। ਉਹਦੇ ਮਨ ਦੇ ਅੰਦਰ ਭਗਤੀ, ਸ਼ਾਂਤੀ, ਗਿਆਨ ਖੇੜਾ ਖਿੜੇਗਾ। ਹਾਂਜੀ। ਗੁਰ ਮਹਿਮਾ ਸਿਮਰਤ ਸਤਨਾਮ। ਸਤਿਗੁਰੂ ਜੀ ਦੀ ਮਹਿਮਾ ਨੂੰ ਚੇਤੇ ਕਰਦੇ ਸਿੱਖ ਸਤਨਾਮ ਸ੍ਰੀ ਵਾਹਿਗੁਰੂ ਜਪਦੇ। ਘਰ ਘਰ ਨਾਮ ਦਾ ਪ੍ਰਵਾਹ ਚੱਲ ਰਿਹਾ। ਬਾਣੀ ਪੜ੍ਹਨੀ ਜ਼ਰੂਰੀ ਹੈ, ਨਾਮ ਜਪਣਾ ਬਹੁਤ ਜ਼ਰੂਰੀ ਹੈ। ਬਾਣੀ ਪੜ੍ਹੇ ਬਿਨਾਂ ਨਾਮ ਦਾ ਪਤਾ ਨਹੀਂ ਲੱਗਦਾ। ਨਾਮ ਤੋਂ ਬਿਨਾਂ ਬਾਣੀ ਦੇ ਅਰਥ ਨਹੀਂ ਖੁੱਲ੍ਹਦੇ। ਇਸ ਬਾਣੀ ਤੇ ਹਰ ਨਾਮ ਪਾਏਂਦਾ। ਬਾਣੀ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿੰਨਾ ਹੋ ਸਕੇ 2-2.5 ਘੰਟੇ ਗੁਰਸਿੱਖ ਰੋਜ਼ ਬਾਣੀ ਪੜ੍ਹੇ ਤੇ ਫਿਰ ਨਾਮ ਜਪੇ, ਕਿੰਨਾ ਕੁ ਆਨੰਦ ਆਵੇਗਾ, ਕਹਿਣ ਦੀ ਗੱਲ ਹੀ ਨਹੀਂ। ਇਸ ਤਰ੍ਹਾਂ ਗੁਰੂ ਕੇ ਸਿੱਖ ਬਾਣੀ ਵੀ ਪੜ੍ਹਦੇ ਆ ਤੇ ਨਾਮ ਵੀ ਜਪਦੇ ਆ। ਹਉਮੈ ਤਿਆਗਨ ਮਨ ਬਿਸਰਾਮੂ। ਕਹਿੰਦੇ ਆਪਣੇ ਮਨ ਦੀ ਹਉਮੈ ਤਿਆਗ ਕੇ, ਮੈਂ ਮੇਰੀ ਛੱਡ ਕੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਟਿਕਾਇਆ ਹੈ। ਵਾਹਿਗੁਰੂ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਜੋ ਮੇਰਾ ਸਰੀਰ ਹੈ ਇਹ ਵੀ ਮੇਰਾ ਨਹੀਂ, ਇਹ ਮਨ ਵੀ ਮੇਰਾ ਨਹੀਂ, ਇਹ ਬੁੱਧੀ ਵੀ ਮੇਰੀ ਨਹੀਂ, ਇਹ ਗਿਆਨ ਇੰਦਰੀਆਂ ਵੀ ਮੇਰੀਆਂ ਨਹੀਂ, ਇਹ ਧੀਆਂ ਪੁੱਤਰ ਭੈਣ ਭਰਾ, ਇਹ ਘਰ-ਬਾਰ ਮਕਾਨ ਦੁਕਾਨ ਇਹ ਵੀ ਮੇਰਾ ਨਹੀਂ। ਇਹਦਾ ਸਭ ਇਕੱਠਾ ਹੋਇਆ ਮਾਇਆ ਦਾ ਪਸਾਰਾ ਹੈ। ਮਹਾਰਾਜ ਸਾਰਾ ਕੁਝ ਤੇਰਾ ਹੈ। ਜਦੋਂ ਕੋਈ ਇੱਦਾਂ ਤੇਰਾ ਤੇਰਾ ਕਰਦਿਆਂ ਤੇਰਾ ਨਾਮ ਜਪਦਾ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਉੱਥੇ ਸਾਧ ਸੰਗਤ ਜੀ ਹਉਮੈ ਦਾ ਨਾਸ ਹੋ ਜਾਂਦਾ ਹੈ। ਜਦੋਂ ਹਉਮੈ ਦਾ ਨਾਸ ਹੁੰਦਾ ਹੈ ਤਾਂ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਦਇਆ ਖਿਮਾ ਸਚ ਸੰਜਮ ਧੀਰਜ। ਦਇਆ ਕਰਨੀ 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਸਭ ਤੋਂ ਵੱਡਾ ਧਰਮ ਦਇਆ ਹੀ ਹੈ। ਦਇਆ ਧਰਮ ਕਾ ਮੂਲ ਹੈ। ਜੇ ਦਇਆ ਨਾ ਹੋਵੇ ਧਰਮ ਪੈਦਾ ਹੀ ਨਹੀਂ ਹੋ ਸਕਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂ।
ਹਰ ਪ੍ਰਾਣੀ ਮਾਤਰ ਤੇ ਦਇਆ ਕਰਨੀ, ਹਰ ਇਨਸਾਨ ਤੇ, ਹਰ ਪਸ਼ੂ ਤੇ, ਹਰ ਪੰਛੀ ਤੇ, ਹਰ ਕੀੜੇ ਮਕੌੜੇ ਤੇ ਪਰਮਾਤਮਾ ਦਾ ਰੂਪ ਸਮਝ ਕੇ ਦਇਆ ਕਰਨੀ। ਇਹ ਧਰਮ ਦਾ ਮੂਲ ਹੈ। ਜਿਹਦੇ 'ਚ ਦਇਆ ਨਹੀਂ ਆਈ ਉਹ ਧਰਮੀ ਬਣ ਹੀ ਨਹੀਂ ਸਕਦਾ। ਦੂਸਰਾ ਹੈ ਖਿਮਾ ਕਰਨੀ। ਜੇ ਕਿਸੇ ਨੇ ਸਾਡੇ ਨਾਲ ਕੋਈ ਵਾਅਦਾ ਕਰ ਦਿੱਤਾ ਹੈ, ਕਿਸੇ ਨੇ ਸਾਨੂੰ ਕੋਈ ਨੁਕਸਾਨ ਪਹੁੰਚਾਇਆ, ਅਸੀਂ ਕਹਿੰਦੇ ਇਹਨੂੰ ਮਾਰ ਦਈਏ, ਇਹਦਾ ਨਾਸ਼ ਕਰ ਦਈਏ, ਗੁੱਸਾ ਚੜ੍ਹ ਜਾਂਦਾ, ਕ੍ਰੋਧ ਆ ਜਾਂਦਾ, ਕਹਿੰਦੇ ਉਸ ਨੂੰ ਦੂਰ ਕਰਕੇ ਉਹਨੂੰ ਮਾਫ ਕਰ ਦੇਣਾ, ਉਹਨੂੰ ਕਹਿੰਦੇ ਨੇ ਖਿਮਾ ਕਰਨੀ। ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਭਈ, ਅਣਦ ਸੁਖ ਬਿਸਰਾਮ। ਜਿਹੜੇ ਬੰਦੇ ਨੇ ਖਿਮਾ ਕਰਤੀ ਨਾ, ਉਹਨੇ ਸਮਝੋ ਸੱਚ ਨੂੰ ਪ੍ਰਾਪਤ ਕਰ ਲਿਆ। ਬਾਬਾ ਬਿਧੀ ਚੰਦ ਜੀ ਸਿੱਖਾਂ ਨੂੰ ਸਮਝਾਉਂਦੇ ਹਨ, ਭਾਈ ਦਇਆ, ਧਰਮ, ਖਿਮਾ ਇਹ ਸ਼ੁਭ ਗੁਣਾਂ ਨੂੰ ਧਾਰਨ ਕਰੋ। ਧਰਮ ਪਰਾਇਣ ਸਾਚ ਸੋ ਬੀਰਜ। ਹਾਂ, ਧਰਮ ਆਸਰੇ ਰਹੋ, ਕਿਉਂਕਿ ਧਰਮ ਸਰਬ ਸੁਖ ਖਾਣ, ਜਾਣ ਸਭ ਕੋ ਹਿਤਕਾਰੀ। ਧਰਮ ਧਰੇ ਬੁੱਧੀਮਾਨ, ਨਿਰੰਤਰ ਚੀਤ ਮਝਾਰੀ। ਧਰਮ ਸੁੱਖਾਂ ਦੀ ਖਾਣ ਹੈ। ਧਰਮ ਬੰਦੇ ਨੂੰ ਸ਼ਾਂਤੀ ਦਿੰਦਾ, ਟਿਕਾ ਦਿੰਦਾ, ਤੇ ਇਹ ਸਾਰੇ ਸੁੱਖ ਸੰਤੋਖ ਤੋਂ ਮਿਲਦੇ ਹਨ। ਸੰਤੋਖ ਤੋਂ ਬਿਨਾਂ ਕੋਈ ਰੱਜਦਾ ਨਹੀਂ। ਇਹ ਜਿੰਨੇ ਚੀਜ਼ਾਂ ਨੇ ਨਾ, ਇਹ ਧਰਮ ਦਾ ਬੀਜ ਹੈ, ਸਮਝੋ। ਹਾਂਜੀ। ਗੁਰ ਸਿੱਖੀ ਨਿਰਮਲ ਸੰਤੋਸ਼। ਗੁਰੂ ਦੀ ਸਿੱਖੀ ਜਿਹੜੀ ਹੈ ਨਿਰਮਲ ਹੈ, ਇਹਦੇ 'ਚ ਮੈਲ ਨਹੀਂ। ਸੰਤੋਖ ਰੱਖਣ ਨਾਲ ਮਨ ਨਿਰਮਲ ਹੁੰਦਾ ਹੈ, ਮਨ ਦੇ ਟੋਏ ਟਿੱਬੇ ਲਹਿ ਜਾਂਦੇ। ਸੰਤੋਖ ਸੁਹਾਗਾ ਵੀ ਕਿਹਾ ਨਾ ਬਾਣੀ 'ਚ। ਸੁਹਾਗਾ ਉਹ ਹੁੰਦਾ ਜਿਹੜਾ ਉੱਚੀ ਤੇ ਨੀਵੀਂ ਖੇਤਾਂ ਨੂੰ ਬਰਾਬਰ ਕਰ ਦਿੰਦਾ ਹੈ। ਇੱਦਾਂ ਸਾਧ ਸੰਗਤ ਜੀ, ਸਾਡਾ ਮਨ ਉੱਚਾ ਨੀਵਾਂ ਟੋਏ ਟਿੱਬੇ ਹਨ, ਉਹਨਾਂ ਨੂੰ ਸੰਤੋਖ ਨਾਲ ਦੂਰ ਕੀਤਾ ਜਾਂਦਾ ਹੈ। ਸਦਾ ਗੁਰੂ ਕੇ ਰਹੇ ਭਰੋਸ। ਗੁਰੂ ਦਾ ਸਿੱਖ ਸਦਾ ਗੁਰੂ ਦੇ ਭਰੋਸੇ ਤੇ ਰਵੇ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਹਰ ਵੇਲੇ ਸਤਿਗੁਰੂ ਮਹਾਰਾਜ ਮੇਰੇ ਨਾਲ ਹਨ। ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਅੰਗ ਸੰਗ ਹਨ। ਇੱਦਾਂ ਮਨ 'ਚ ਭਰੋਸਾ ਰੱਖੇ ਗੁਰੂ ਕਾ ਸਿੱਖ। ਹਾਂਜੀ। ਇਤਿਆਦਿਕ ਗੁਣ ਸਕਲ ਬਤਾਏ। ਇਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਸੰਗਤ ਨੂੰ ਦੱਸਦੇ ਹਨ, ਭਾਈ ਇੱਕ ਤਾਂ ਗੁਰਬਾਣੀ ਦਾ ਲੜ ਨਹੀਂ ਛੱਡਣਾ, ਅਭਿਆਸੀ ਰਹਿਣਾ, ਨਾਮ ਬਾਣੀ ਦਾ ਅਭਿਆਸ ਕਰਨਾ ਹੈ। ਗੁਰੂ ਕੀਆਂ ਸਿੱਖਾਂ ਸੰਗਤਾਂ ਦੇ ਵਿੱਚ ਗੁਰੂ ਦੀ ਜੋਤ ਸਮਝਣੀ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਧੋ ਵਾਰੇ। ਐਸੀ ਭਾਵਨਾ ਨਾਲ ਜਦੋਂ ਕੋਈ ਗੁਰਬਾਣੀ ਪੜ੍ਹੇਗਾ, ਸਤ ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਤਿਆਗ, ਬੈਰਾਗ, ਸ਼ੁਭ ਗੁਣਾਂ ਨੂੰ ਧਾਰਨ ਕਰੇਗਾ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਅਵਸ਼ਮੇਵ ਹੋਵੇਗੀ। ਇਸ ਤਰ੍ਹਾਂ ਦੇ ਗੁਣ ਬਾਬਾ ਬਿਧੀ ਚੰਦ ਸਾਹਿਬ ਜੀ ਸੰਗਤਾਂ ਨੂੰ ਦੱਸਦੇ ਹਨ। ਮਨ ਬੇਕਾਰ ਦਬਦਾਦ ਹਟਾਏ। ਮਨ ਦੇ ਵਿਕਾਰ, ਮਨ ਦੀਆਂ ਦੁਬਿਧਾ ਜਿਹੜੀਆਂ, ਉਹ ਸਭ ਹਟਾ ਦਿੱਤੀਆਂ ਹਨ। ਸਾਧ ਸੰਗਤ ਜੀ, ਦੁਬਿਧਾ ਪ੍ਰਮਾਤਮਾ ਦੇ ਨੇੜੇ ਨਹੀਂ ਜਾਣ ਦਿੰਦੀ। ਦੁਬਿਧਾ ਬਹੁਤ ਮਾੜੀ ਚੀਜ਼ ਹੈ। ਕਬੀਰ ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ, ਖਟ ਦਰਸ਼ਨ ਸੰਸੇ ਪਰੇ ਔਰ 84 ਸਿੱਧ। ਹੇ ਦੁਬਿਧਾ, ਤੂੰ ਵੱਡਿਆਂ ਵੱਡਿਆਂ ਨੂੰ ਚੱਕਰ ਪਾ ਦਿੱਤਾ ਹੈ। ਦੁਬਿਧਾ ਬੌਰੀ ਮਨ ਬਉਰਾਇਆ, ਝੂਠੇ ਲਾਲਚ ਜਨਮ ਗਵਾਇਆ। ਬਾਬਾ ਬਿਧੀ ਚੰਦ ਜੀ ਸਿੱਖਾਂ ਦੇ ਮਨਾਂ ਦੀ ਦੁਬਿਧਾ ਦੂਰ ਕਰਦੇ ਹਨ। ਗੁਰਮਤਿ ਸਿੱਖਿਆਨ ਮਹਿ ਉਪਜਾਈ। ਤੇ ਗੁਰੂ ਦੀ ਮੱਤ ਪ੍ਰਗਟ ਕਰ ਰਹੇ ਸਿੱਖਾਂ ਦੇ ਮਨ 'ਚ। ਅਸੀਂ ਅੱਜ ਕੱਲ੍ਹ ਸਾਧ ਸੰਗਤ ਜੀ ਬਾਣਾ ਤਾਂ ਸਿੱਖਾਂ ਵਾਲਾ ਪਾਇਆ ਹੈ, ਪਰ ਸਾਡੀ ਅਜੇ ਦੁਬਿਧਾ ਕੋਈ ਮਿਟੀ ਨਹੀਂ। ਅਜੇ ਮਨ ਵਿੱਚ ਦੁਬਿਧਾ ਉਸੇ ਤਰ੍ਹਾਂ ਹੀ ਹੈ। ਡਬਲ ਮਾਈਂਡ ਹਾਂ, ਦੋ ਪਾਸੇ ਸਾਡਾ ਧਿਆਨ ਹੈ। ਇਸ ਕਰਕੇ ਅਸੀਂ ਦੁਖੀ ਹੁੰਦੇ ਹਾਂ। ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ, ਦੁਬਿਧਾ ਮਿਟ ਜਾਵੇ ਤੇ ਅਸੀਂ ਸੁਖੀ ਹੋ ਸਕਦੇ ਹਾਂ। ਗੁਰੂ ਦੀ ਮੱਤ ਨਾਲ ਦੁਬਿਧਾ ਦਾ ਨਾਸ ਹੁੰਦਾ ਹੈ। ਦੁਰਮਤ ਮਤ ਸਰ ਆਦ ਮਿਟਾਈ। ਜਿਹੜੀ ਖੋਟੀ ਮੱਤ ਹੈ, ਦੁਰਮਤ ਹੈ, ਈਰਖਾ ਕਰਨੀ ਲੋਕਾਂ ਨਾਲ, ਇਹਨੂੰ ਮਤਸਰ ਕਹਿੰਦੇ ਹਨ। ਜਿਹਨੂੰ ਜੈਲਸ ਕਹਿੰਦੇ ਅੰਗਰੇਜ਼ੀ 'ਚ, ਵੀ ਦੂਜਿਆਂ ਨਾਲ ਜੈਲਸ ਕਰਨੀ, ਇਹ ਮਹਾਰਾਜ ਨੇ ਮਨਾ ਕੀਤੀ ਹੈ। ਕਹਿੰਦੇ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜੇ ਇਹ ਪਰਮਾਤਮਾ ਦੀ ਜੋਤ ਹੈ, ਫਿਰ ਜੈਲਸ ਕਿਹਦੇ ਨਾਲ ਕਰਦੇ ਹੋ? ਈਰਖਾ ਕਿਵੇਂ? ਈਰਖਾ ਕਰਨ ਵਾਲਾ ਰੱਬ ਨੂੰ ਨਹੀਂ ਮਿਲ ਸਕਦਾ। ਈਰਖਾ ਜਿਹੜੀ ਹੈ, ਇਹ ਪਰਮਾਰਥ ਦੇ ਰਸਤੇ 'ਚ ਬੜਾ ਵੱਡਾ ਰੋੜਾ ਹੈ।
ਕਰ ਕਰ ਬਿਨੈ ਮਾਸ ਇਕ ਰਾਖਾ। ਇਸ ਤਰ੍ਹਾਂ ਬੇਨਤੀਆਂ ਕੀਤੀਆਂ ਬਾਬਾ ਬਿਧੀ ਚੰਦ ਜੀ ਨੂੰ ਵੀ ਤੁਹਾਡੇ ਕੋਲ ਹੀ ਰਹੋ। ਬਾਬਾ ਜੀ ਨੂੰ ਉਹਨਾਂ ਨੇ 1 ਮਹੀਨਾ ਤਾਂ ਜਾਣ ਹੀ ਨਹੀਂ ਦਿੱਤਾ। ਅਸਨ ਅਚਾਇ ਮ੍ਰਿਦੁਲ ਬਹੁ ਭਾਖਾ। 1 ਮਹੀਨਾ ਬੜੇ ਪ੍ਰੇਮ ਨਾਲ ਕਥਾ ਸੁਣਦੇ ਰਹੇ, ਸੇਵਾ ਕਰਦੇ ਰਹੇ, ਪ੍ਰਸ਼ਾਦਾ ਪਾਣੀ ਛਕਾਉਂਦੇ ਸਨ ਤੇ ਇੱਜ਼ਤ ਬੜੀ ਕਰਦੇ ਸਨ, ਸਤਿਕਾਰ ਬੜਾ ਕਰਦੇ ਸਨ। ਗਮਨ ਹੇਤ ਬਹੁ ਬਾਰ ਉਚਰਿਓ। ਬਾਬਾ ਬਿਧੀ ਚੰਦ ਜੀ ਨੇ ਬਹੁਤ ਵਾਰ ਆਖਿਆ ਬਈ ਸਾਨੂੰ ਹੁਣ ਜਾਣ ਦਿਓ, ਅਸੀਂ ਵਾਪਸ ਜਾਣਾ, ਗੁਰੂ ਸਾਹਿਬ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਣਾ ਹੈ। ਸੰਗਤ ਤਬਹਿ ਵਿਸਰਜਨ ਕਰਿਓ। ਤਾਂ ਸੰਗਤ ਨੇ ਬਾਰ-ਬਾਰ ਬਾਬਾ ਜੀ ਦੇ ਕਹਿਣ ਤੇ ਵਿਦਾਇਗੀ ਦਿੱਤੀ ਹੈ ਬਾਬਾ ਜੀ ਨੂੰ। ਅਰਪੇ ਹੈ ਜਨ ਕੀਮਤ ਭਾਰੇ। ਮਹਾਰਾਜ 6ਵੇਂ ਪਾਤਸ਼ਾਹ ਦੀਆਂ ਫੌਜਾਂ ਵਾਸਤੇ ਉਸ ਦੇਸ਼ ਦੇ ਕੀਮਤੀ ਘੋੜੇ ਉਹਨਾਂ ਨੇ ਖਰੀਦੇ, ਕਿਉਂਕਿ ਸਿੱਖਾਂ ਨੂੰ ਇਹ ਪਤਾ ਸੀ ਗੁਰੂ ਸਾਹਿਬ ਘੋੜਿਆਂ ਦਾ ਤੇ ਸ਼ਸਤਰਾਂ ਦਾ ਬਹੁਤ ਸ਼ੌਂਕ ਰੱਖਦੇ ਹਨ। ਜੇ ਕੋਈ ਚੰਗਾ ਸ਼ਸਤਰ ਲੈ ਕੇ ਆਵੇ ਜਾਂ ਕੋਈ ਚੰਗਾ ਘੋੜਾ ਭੇਟਾ ਕਰੇ, ਉਹਦੇ ਤੇ ਗੁਰੂ ਮਹਾਰਾਜ ਬਹੁਤ ਖੁਸ਼ ਹੁੰਦੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲ। ਇਸ ਕਰਕੇ ਬੜੇ ਸੋਹਣੇ ਸੁੰਦਰ ਘੋੜੇ ਸਤਿਗੁਰਾਂ ਵਾਸਤੇ ਮੈਨਾਕ ਦੇਸ਼ ਦੇ ਸਿੱਖਾਂ ਨੇ ਭੇਟਾ ਕੀਤੇ ਹਨ। ਸੰਗ ਦਾਸ ਦੀਨਸ ਰਖਵਾਰੇ। ਤੇ ਕਿਉਂਕਿ ਇੰਨਾ ਸਮਾਨ ਸੰਗਤਾਂ ਨੇ ਦਿੱਤਾ, ਉਹ ਇਕੱਲੇ ਬਾਬਾ ਬਿਧੀ ਚੰਦ ਜੀ ਚੁੱਕ ਕੇ ਨਹੀਂ ਸੀ ਲਿਆ ਸਕਦੇ, ਨਾਲ ਉਹਨਾਂ ਨੇ ਸੇਵਾਦਾਰ ਭੇਜੇ। ਉਸ ਇਲਾਕੇ 'ਚੋਂ ਕਈ ਸਿੱਖ ਕਹਿੰਦੇ ਵੀ ਅਸੀਂ ਨਾਲੇ ਤਾਂ ਮਹਾਰਾਜ ਦੇ ਦਰਸ਼ਨ ਕਰ ਆਵਾਂਗੇ ਤੇ ਨਾਲੇ ਘੋੜਿਆਂ ਦੀ ਜਾਂਦਿਆਂ ਸੇਵਾ ਕਰ ਲਾਂਗੇ। ਇਸ ਤਰ੍ਹਾਂ ਕਾਫੀ ਪ੍ਰੇਮੀ ਸੇਵਾਦਾਰ ਸਿੱਖ ਉਸ ਦੇਸ਼ ਦੇ ਬਾਬਾ ਬਿਧੀ ਚੰਦ ਜੀ ਦੇ ਨਾਲ ਹੀ ਆ ਗਏ। ਬਹੁ ਸਮਾਜ ਲੈ ਚੜਿਓ ਜਹਾਜੂ। ਬਾਬਾ ਜੀ ਬਹੁਤ ਸਾਰਾ ਸਾਜੋ ਸਮਾਨ, ਘੋੜੇ, ਉਸ ਇਲਾਕੇ ਦੇ ਵਧੀਆ ਵਧੀਆ ਸ਼ਸਤਰ, ਵਧੀਆ ਉਸ ਇਲਾਕੇ 'ਚ ਬਣੇ ਹੋਏ ਬਸਤਰ, ਮਾਇਆ, ਬਹੁਤ ਸਾਜੋ ਸਮਾਨ ਉਹ ਮੈਨਾਕ ਦੇਸ਼ ਦੇ ਸਿੰਗਲਾ ਦੀਪ ਦੇ ਉਹਨਾਂ ਟਾਪੂਆਂ ਦੇ ਜਿੰਨੇ ਲੋਕ ਨੇ ਉਹਨਾਂ ਨੇ ਇਕੱਠਾ ਕਰਕੇ ਦਿੱਤਾ। ਤੇ ਫਿਰ ਬਾਬਾ ਜੀ ਜਹਾਜ਼ ਵਿੱਚ ਚੜ੍ਹੇ ਹਨ, ਕਿਉਂਕਿ ਸਮੁੰਦਰੀ ਸਫ਼ਰ ਜਿਹੜਾ ਉਹ ਜਹਾਜ਼ ਨਾਲ ਹੀ ਕਰਨਾ ਪੈਂਦਾ। ਉਹਨਾਂ ਇਲਾਕਿਆਂ ਤੋਂ ਧਰਤੀ ਜਿਹੜੀ ਆਪਣੀ ਹਿੰਦੁਸਤਾਨ ਦੀ ਹੈ ਉਹ ਲਗਭਗ ਸ੍ਰੀਲੰਕਾ ਤੋਂ ਕਹਿੰਦੇ ਆ ਵੀ 400 ਕੋਹ ਦਾ ਪੈਂਡਾ ਬਣ ਜਾਂਦਾ ਹੈ ਸਮੁੰਦਰ ਦੇ ਵਿੱਚ। ਇਸ ਤਰ੍ਹਾਂ ਹੋਰ ਵੀ ਹੈ, ਉਹ ਟਾਪੂਆਂ ਦੇ ਵਿੱਚੋਂ ਕਿਤੇ 2 ਦਿਨ ਲੱਗਦੇ ਆ, ਕਿਤੇ 4 ਦਿਨ ਲੱਗਦੇ ਜਹਾਜ਼ ਨੂੰ, ਕਿਤੇ ਇਸ ਤੋਂ ਵੀ ਜ਼ਿਆਦਾ ਟਾਈਮ ਲੱਗਦਾ। ਉਹਨਾਂ ਜਹਾਜ਼ਾਂ ਵਿੱਚ ਬਾਬਾ ਜੀ ਬਿਧੀ ਚੰਦ ਜੀ ਇੱਕ ਜਹਾਜ਼ ਦੇ ਵਿੱਚ, ਬਹੁਤ ਵੱਡਾ ਸਮੁੰਦਰੀ ਜਹਾਜ਼, ਅੱਜ ਕੱਲ੍ਹ ਹਵਾਈ ਜਹਾਜ਼ ਨੇ, ਪਹਿਲਾਂ ਸਮੁੰਦਰੀ ਜਹਾਜ਼ ਹੀ ਹੁੰਦੇ ਸਨ। ਸਾਰੀ ਦੁਨੀਆ 'ਚ ਦੂਰ ਦੂਰ ਲੋਕ ਸਮੁੰਦਰੀ ਜਹਾਜ਼ਾਂ 'ਚ ਸ਼ਿਪ ਰਾਹੀਂ ਜਾਂਦੇ ਸਨ। ਸੋ ਜੋ ਬੇੜੇ ਵਿੱਚ ਬਾਬਾ ਜੀ ਸਵਾਰ ਹੋਏ ਹਨ। ਆਇਹ ਉਤਰ ਕਰੇ ਗੁਰ ਕਾਜੂ। ਔਰ ਗੁਰੂ ਮਹਾਰਾਜ ਵਾਸਤੇ ਸਾਰਾ ਸਮਾਨ, ਘੋੜੇ ਵਗੈਰਾ ਵੀ ਜਹਾਜ਼ ਵਿੱਚ ਹੀ ਲੱਦ ਲਏ, ਕਿਉਂਕਿ ਉਹ ਜਹਾਜ਼ ਬਹੁਤ ਵੱਡੇ ਹੁੰਦੇ ਸਨ ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਸਨ। ਜਿਵੇਂ ਅੱਜ ਕੱਲ੍ਹ ਆ ਸਮੁੰਦਰੀ ਜਹਾਜ਼ ਤੁਸੀਂ ਵੇਖੇ ਕਿੱਡੇ ਕਿੱਡੇ ਵੱਡੇ ਆ, ਛੋਟਾ ਮੋਟਾ ਬੇੜੀ ਕਿਸ਼ਤੀ ਥੋੜ੍ਹਾ ਸਮੁੰਦਰ ਵਿੱਚ ਚੱਲੇਗੀ। ਸੋ ਬਹੁਤ ਵੱਡੇ ਜਹਾਜ਼ ਦੇ ਵਿੱਚ ਘੋੜੇ ਸਾਜੋ ਸਮਾਨ ਲੱਦ ਕੇ ਤੇ ਬਾਬਾ ਜੀ ਵਾਪਸ ਆ ਗਏ ਤੇ ਗੁਰੂ ਮਹਾਰਾਜ ਦੇ ਦਰਬਾਰ 'ਚ ਪਹੁੰਚੇ ਹਨ। ਕੀਰਤਪੁਰ ਮਹਿ ਆਨ ਪ੍ਰਵੇਸ਼ਾ। ਔਰ ਫਿਰ ਕੀਰਤਪੁਰ ਸਾਹਿਬ ਵੀ ਆ ਗਏ ਹਨ। ਸਮਾਂ ਤਾਂ ਬਹੁਤ ਲੱਗਦਾ ਰਸਤੇ ਵਿੱਚ, ਕਈ ਮਹੀਨਿਆਂ ਪਿੱਛੋਂ ਵਾਪਸ ਆਏ ਹਨ ਬਾਬਾ ਬਿਧੀ ਚੰਦ ਜੀ। ਅਗਰ ਉਪਾਇਨ ਕੀਨ ਅਸ਼ੇਸ਼ਾ। ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਸਾਰੀਆਂ ਭੇਟਾਵਾਂ, ਜੋ ਜੋ ਕਿਸੇ ਸਿੱਖ ਨੇ ਬਸਤਰ ਦਿੱਤਾ ਸੀ, ਕੋਈ ਮਾਇਆ ਦਿੱਤੀ ਸੀ, ਕੋਈ ਗਹਿਣਾ ਦਿੱਤਾ ਸੀ, ਕਿਸੇ ਨੇ ਕੋਈ ਸ਼ਸਤਰ ਵਧੀਆ ਭੇਟਾ ਕੀਤਾ ਸੀ, ਕਿਸੇ ਸਿੱਖ ਨੇ ਕੋਈ ਘੋੜਾ, ਕਿਸੇ ਨੇ 1 ਘੋੜਾ, ਕਿਸੇ ਨੇ 2 ਘੋੜੇ ਦਿੱਤੇ ਸਨ। ਉਹ ਸਾਰਾ ਸਮਾਨ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤਾ ਹੈ ਬਾਬਾ ਬਿਧੀ ਚੰਦ ਜੀ ਨੇ। ਪਰਿਓ ਚਰਨ ਪਰ ਬੰਧਨ ਠਾਨੀ। ਔਰ ਮਹਾਰਾਜ ਦੇ ਚਰਨਾਂ ਤੇ ਲੰਮੇ ਪੈ ਕੇ ਡੰਡੌਤ ਬੰਦਨਾ ਕੀਤੀ। 6ਵੇਂ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ ਹੈ। ਮੁਖ ਮੁਸਕਾਏ ਦੇਖ ਕਹਿ ਬਾਨੀ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਨੂੰ ਦੇਖ ਕੇ ਮੁਸਕਰਾ ਪਏ ਹਨ, ਖੁਸ਼ ਹੋਏ ਹਨ, ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਬਚਨ ਕੀਤੇ ਹਨ। ਜਨਮ ਧਨ ਜਗ ਭਇਓ ਤੁਹਾਰਾ। ਮਹਾਰਾਜ ਕਹਿੰਦੇ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਤੁਹਾਡਾ ਜਨਮ ਧਨ ਹੈ, ਸਫਲ ਹੈ। ਸਫਲ ਸਫਲ ਭਈ ਸਫਲ ਯਾਤਰਾ।
ਮਹਾਂਪੁਰਸ਼ਾਂ ਦੀ, ਸਾਧੂਆਂ ਦੀ, ਗੁਰੂ ਦੇ ਬਚਨ ਕਮਾਉਣ ਵਾਲਿਆਂ ਦੀ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ। ਤੁਹਾਡਾ ਜਨਮ ਸਫਲ ਹੋ ਗਿਆ ਬਾਬਾ ਜੀ। ਰਹਿਓ ਸਧਾਰਤ ਗੁਰ ਘਰ ਕਾਰਾ। ਤੁਸੀਂ ਗੁਰੂ ਘਰ ਦੇ ਕਾਰਜ ਸਵਾਰਦੇ ਰਹੇ ਹੋ, ਗੁਰੂ ਘਰ ਦੀ ਸੇਵਾ ਕਰਦੇ ਰਹੇ ਹੋ। ਗੁਰੂ ਮਹਾਰਾਜ ਦੀ ਸੇਵਾ ਵਿੱਚ ਹੀ ਜਨਮ ਸਫਲਾ ਹੁੰਦਾ। ਸਾਧ ਸੰਗਤ ਜੀ, ਜਿੰਨਾ ਸਮਾਂ ਅਸੀਂ ਆਪਣੇ ਲਈ ਜੀਂਦੇ ਹਾਂ, ਸਵਾਰਥੀ ਜੀਵਨ ਜੀਂਦੇ ਦਾ ਅਸੀਂ ਸਾਰੇ ਆਪਣੇ ਲਈ ਹਾਂ, ਪਰ ਉਸ ਜੀਵਨ 'ਚ ਆਨੰਦ ਜਿਹਾ ਨਹੀਂ ਆਉਂਦਾ, ਖੇੜਾ ਨਹੀਂ ਆਉਂਦਾ। ਜਦੋਂ ਗੁਰੂ ਲਈ ਜੀਵੀਏ ਤੇ ਫਿਰ ਬੜਾ ਆਨੰਦ ਆਉਂਦਾ, ਬੜਾ ਖੇੜਾ ਆਉਂਦਾ। ਮਹਾਰਾਜ ਕਹਿੰਦੇ ਤੁਸੀਂ ਗੁਰੂ ਘਰ ਦੀ ਸੇਵਾ 'ਚ ਆਪਣਾ ਜਨਮ ਸਫਲਾ ਕਰ ਲਿਆ ਹੈ। ਵਿਧੀ ਚੰਦ ਆਨੰਦ ਬਿਲੰਦੇ। ਬਾਬਾ ਵਿਧੀ ਚੰਦ ਸਾਹਿਬ ਜੀ ਜਦੋਂ ਸਤਿਗੁਰਾਂ ਨੇ ਖੁਸ਼ੀਆਂ ਕੀਤੀਆਂ, ਲੱਖ ਖੁਸ਼ੀਆਂ, ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ, ਛੇਵੇਂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਬੜੇ ਆਨੰਦਿਤ ਹੋਏ ਹਨ, ਬੜੇ ਪ੍ਰਸੰਨ ਹੋਏ ਹਨ। ਪਰਸ ਪਦਰਾ ਬਿੰਦ ਕਰ ਬੰਦੇ। ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਤੇ ਗੁਰੂ ਸਾਹਿਬ ਜੀ ਨੇ ਵੀ ਮਹਾਰਾਜ ਨੂੰ, ਗੁਰੂ ਸਾਹਿਬ ਨੇ ਬਾਬਾ ਵਿਧੀ ਚੰਦ ਜੀ ਨੂੰ ਬਹੁਤ ਪਿਆਰ ਦਿੱਤਾ ਹੈ। ਇਹੋ ਸਭ ਬਰਾਬਰ ਕੀ ਬਹੁ ਕਰਨਾ। ਤੇ ਬਾਬਾ ਵਿਧੀ ਚੰਦ ਜੀ ਕੀ ਕਹਿੰਦੇ ਆ? ਮਹਾਰਾਜ ਇਹ ਸਭ ਤੁਹਾਡੀ ਕਿਰਪਾ ਹੈ, ਮੈਂ ਕੁਛ ਨਹੀਂ ਕਰ ਸਕਦਾ ਮਹਾਰਾਜ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਆਪ ਜੀ ਕਰਦੇ ਉਹ ਹੁੰਦਾ ਮਹਾਰਾਜ। ਮੈਂ ਤਾਂ ਕਠਪੁਤਲੀ ਹਾਂ, ਮੇਰਾ ਕੁਛ ਨਹੀਂ ਹੈ, ਮੈਂ ਕੁਛ ਨਹੀਂ ਕਰ ਸਕਦਾ। ਦਾਸ ਦੀਨ ਨੇ ਕਿਆ ਹੈ ਕਰਨਾ। ਅਸੀਂ ਤਾਂ ਨਿਮਾਣੇ ਸੇਵਕ ਆ ਮਹਾਰਾਜ, ਨਿਮਾਣੇ ਜੇ ਆਪ ਜੀ ਕਰਾਉਣ ਵਾਲੇ ਹੋ, ਕਰਨ ਵਾਲੇ ਵੀ ਆਪ ਹੋ ਤੇ ਕਰਾਉਣ ਵਾਲੇ ਵੀ ਆਪ ਹੋ। ਕਰਨ ਕਰਾਵਣ ਆਪੇ ਆਪ। ਸੱਚੇ ਪਾਤਸ਼ਾਹ ਜੀ, ਅਸੀਂ ਕੀ ਚੀਜ਼ ਆ ਜਿਹੜੇ ਕੁਛ ਕਰ ਸਕੀਏ? ਇਹ ਸਭ ਤੁਸੀਂ ਕਰਾਇਆ ਹੈ, ਆਪ ਨਹੀਂ ਕੀਤਾ ਹੈ। ਬਸਨ ਵੇ ਭੂਖਨ ਧਨ ਗਨ ਲਿਆਇਓ। ਬਾਬਾ ਵਿਧੀ ਚੰਦ ਜੀ ਬਹੁਤ ਮਾਇਆ ਲੈ ਕੇ ਆਏ ਸਨ, ਬਹੁਤ ਸਾਰੇ ਬਸਤਰ, ਬਹੁਤ ਸਾਰੇ ਘੋੜੇ, ਬਹੁਤ ਸਾਰੇ ਗਹਿਣੇ, ਬਹੁਤ ਸਾਰੇ ਸ਼ਸਤਰ, ਕੋਈ ਚੀਜ਼ ਦੀ ਕਮੀ ਨਹੀਂ ਸੀ। ਇੰਨੀ ਸੰਗਤ ਨੇ ਮਾਇਆ ਭੇਜੀ ਸੀ। ਸ਼੍ਰੀ ਸਤਿਗੁਰ ਕੇ ਅਗਰ ਟਿਕਾਇਓ। ਸਾਰੀ ਵਸਤੂ ਇੱਕ ਇੱਕ ਚੀਜ਼ ਛੋਟੀ ਵੱਡੀ ਮਹਾਰਾਜ ਦੇ ਅੱਗੇ ਭੇਟਾ ਕੀਤੀ, ਕੋਈ ਵੀ ਚੀਜ਼ ਲੁਕਾਈ ਨਹੀਂ। ਗੁਰਸਿੱਖੀ ਦਾ ਇਹ ਨਿਯਮ ਹੈ ਵੀ ਸਤਿਗੁਰਾਂ ਦਾ ਸਾਰਾ ਕੁਝ ਸਤਿਗੁਰਾਂ ਦੇ ਅੱਗੇ ਰੱਖੋ। ਜਦੋਂ ਮਸੰਦ ਸਾਧ ਸੰਗਤ ਜੀ ਲੁਕਾਉਣ ਲੱਗ ਪਏ ਸਨ, 10ਵੇਂ ਪਾਤਸ਼ਾਹ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ, ਉਦੋਂ ਮਸੰਦਾਂ ਦੀ ਪ੍ਰਥਾ ਖਤਮ ਹੋਈ ਹੈ। ਜਦੋਂ ਮਹਾਰਾਜ 6ਵੇਂ ਪਾਤਸ਼ਾਹ ਦਾ ਸਮਾਂ ਸੀ, ਬਾਬਾ ਵਿਧੀ ਚੰਦ ਵਰਗੇ ਗੁਰਸਿੱਖ ਪ੍ਰੇਮੀ, ਉਹ ਸੰਗਤਾਂ ਦੀ ਜਿੰਨੀ ਵੀ ਮਾਇਆ ਹੁੰਦੀ ਸੀ ਪਹਿਲਾਂ ਗੁਰੂ ਨੂੰ ਭੇਟਾ ਕਰਨੀ। ਗੁਰੂ ਫਿਰ ਜਿੰਨੀ ਦਵੇ ਸੇਵਾ ਵਾਸਤੇ ਜ਼ਿੰਮੇਵਾਰੀ ਦੇਵੇ, ਉਹ ਫਿਰ ਅੱਗੋਂ ਖਰਚਣੀ। ਖਰਚਣੀ ਤੇ ਸਿੱਖਾਂ ਨਹੀਂ ਹੁੰਦੀ ਸੀ, ਮਹਾਰਾਜ ਥੋੜ੍ਹਾ ਖਰਚਦੇ ਸੀਗੇ, ਪਰ ਗੁਰੂ ਸਾਹਿਬ ਦੀ ਆਗਿਆ ਨਾਲ। ਇਹਨੂੰ ਸਾਂਝਾ ਖਜ਼ਾਨਾ ਕਹਿੰਦੇ, ਖਾਲਸੇ ਪੰਥ ਦਾ ਖਜ਼ਾਨਾ। ਅੱਜ ਵੀ ਜੇ ਸਾਡਾ ਖਜ਼ਾਨਾ ਇਕੱਠਾ ਹੋਵੇ ਤੇ ਖਜ਼ਾਨੇ ਤੇ ਬੈਠੇ ਹੋਏ ਲੋਕ ਪਰ ਸਵਾਰਥੀ ਹੋਣ, ਸਵਾਰਥੀ ਨਾ ਹੋਣ, ਦੂਜਿਆਂ ਦਾ ਭਲਾ ਕਰਨ ਵਾਲੇ ਹੋਣ, ਤੇ ਖਾਲਸੇ ਦਾ ਰਾਜ ਅੱਜ ਹੀ ਬਣ ਸਕਦਾ। ਪਰ ਜਦੋਂ ਅਸੀਂ ਸਵਾਰਥੀ ਹੋ ਜਾਂਦੇ ਹਾਂ, ਮੇਰਾ ਨਾਂ ਹੋਵੇ, ਮੇਰੀ ਚੌਧਰ ਹੋਵੇ, ਮੇਰੇ ਹੱਥ ਵਿੱਚ ਪੋਜੀਸ਼ਨ ਹੋਵੇ, ਮੈਂ ਆਪਣੇ ਹੱਥੀਂ ਖਰਚਾ ਦਿਆਂ, ਕਿਸੇ ਨੂੰ ਨਾ ਦਿਆਂ, ਬਸ ਉਹ ਫਿਰ ਮਾਇਆ ਦਾ ਚੱਕਰ ਪੈ ਜਾਂਦਾ। ਉਹਦੇ ਨਾਲ ਫਿਰ ਸਾਰੇ ਕੰਮ ਰੁਕ ਜਾਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਲਿਆ ਕੇ ਮਾਇਆ ਅਰਪਣ ਕਰ ਦਿੰਦੇ ਸਾਰੀ। ਤੇ ਗੁਰੂ ਸਾਹਿਬ ਉਹਨਾਂ ਨੂੰ ਹੀ ਕਹਿੰਦੇ, ਭਾਈ ਹੁਣ ਤੁਸੀਂ ਖਰਚ ਦਿਓ, ਲੰਗਰ ਲਾ ਦਿਓ, ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾ ਦਿਓ, ਕੋਈ ਗਰੀਬ ਗੁਰਬੇ ਦੀ ਮਦਦ ਕਰ ਦਿਓ, ਕਿਸੇ ਨੂੰ ਦਵਾਈ ਬੂਟੀ ਦਵਾਉਣੀ ਹੈ, ਕਿਸੇ ਨੂੰ ਪੜ੍ਹਾਈ ਕਰਾਉਣੀ ਹੈ, ਜੋ ਵੀ ਕੋਈ ਧਰਮ ਦਾ ਕੰਮ ਹੈ, ਭਲੇ ਦਾ ਕੰਮ ਹੈ, ਉਹਦੇ 'ਤੇ ਮਾਇਆ ਖਰਚ ਹੁੰਦੀ ਗੁਰੂ ਘਰ ਦੀ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਇਹ ਸਿਧਾਂਤ ਹੈ ਸਤਿਗੁਰਾਂ ਦਾ। ਤੋ ਮਹਾਰਾਜ ਨੂੰ ਸਾਰੀ ਮਾਇਆ ਬਾਬਾ ਵਿਧੀ ਚੰਦ ਜੀ ਲਿਆ ਕੇ ਭੇਟਾ ਕਰ ਦਿੱਤੀ ਹੈ। ਘੋੜੇ ਚਪਲ ਸਕਲ ਦਰਸਾਇਬ। ਫਿਰ ਜਿਹੜੇ ਘੋੜੇ ਆਏ ਸਨ, ਬੜੇ ਬਲੀ ਸਨ, ਬੜੇ ਚੰਚਲ ਸਨ, ਬੜੇ ਸੋਹਣੇ ਸਨ, ਉਹ ਸਾਰੇ ਘੋੜੇ ਮਹਾਰਾਜ ਦੀ ਨਿਗਾਹ ਥੱਲੇ ਕੀਤੇ। ਮਹਾਰਾਜ ਦਰਸ਼ਨ ਕਰੋ, ਕਿੰਨੇ ਸੁੰਦਰ ਘੋੜੇ ਸਿੱਖਾਂ ਨੇ ਮੈਨਾਕ ਦੇਸ਼ ਤੋਂ, ਸਿੰਗਲਾ ਦੀਪ ਤੋਂ, ਟਾਪੂਆਂ 'ਚੋਂ ਭੇਜੇ ਹਨ। ਅਰਪੇ ਪਗ ਪੰਕਜ ਲਪਟਾਇਬ। ਤੇ ਉਹ ਸਤਿਗੁਰੂ ਜੀ ਮਹਾਰਾਜ ਨੂੰ ਅਰਪਣ ਕਰਕੇ ਬਾਬਾ ਵਿਧੀ ਚੰਦ ਨੇ ਸਾਰੇ ਸਿੱਖਾਂ ਦਾ, ਜਿਹੜੇ ਉੱਧਰੋਂ ਆਏ ਸੀ ਕੁਝ ਨਾਲ ਸਿੱਖ ਲੈ ਕੇ, ਕਿਉਂਕਿ ਘੋੜਿਆਂ ਨੂੰ ਛੱਡਣ ਵਾਸਤੇ, ਨਾਲ ਸਾਂਭਣ ਵਾਸਤੇ ਉਸ ਦੇਸ਼ ਤੋਂ ਕਈ ਸਿੱਖ ਆ ਗਏ,
ਉਹਨਾਂ ਨੇ ਵੀ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਗਹਿ ਪੁਜ ਪ੍ਰਭ ਨਿਜ ਕੰਠ ਲਗਾਇਓ। ਤੇ ਬਾਬਾ ਵਿਧੀ ਚੰਦ ਜੀ ਨੂੰ ਬਾਂਹ ਤੋਂ ਫੜ ਕੇ ਛੇਵੇਂ ਪਾਤਸ਼ਾਹ ਨੇ ਗਲ ਨਾਲ ਲਾ ਲਿਆ ਬ੍ਰਹਮ ਗਿਆਨ ਮਨ ਬਿਖੈ ਟਿਕਾਇਓ। ਤੇ ਬਾਬਾ ਜੀ ਦੇ ਮਨ ਵਿੱਚ ਬ੍ਰਹਮ ਗਿਆਨ ਦ੍ਰਿੜ ਕਰਾ ਦਿੱਤਾ। ਆਤਮ ਪ੍ਰਾਤਮ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਹਰੈ। ਜਦੋਂ ਸਾਧ ਸੰਗਤ ਜੀ ਬ੍ਰਹਮ ਦਾ ਸਰੂਪ ਸਾਖਸ਼ਾਤ ਗੁਰੂ ਕਰਾ ਦਿੰਦਾ ਸਿੱਖ ਨੂੰ, ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਫਿਰ ਜਿਵੇਂ ਬੂੰਦ ਵੀ ਪਾਣੀ ਹੈ ਤੇ ਸਾਗਰ ਵੀ ਪਾਣੀ ਹੈ, ਇੱਦਾਂ ਜੀਵ ਆਤਮਾ ਵੀ ਬ੍ਰਹਮ ਹੈ ਤੇ ਬ੍ਰਹਮ ਤਾਂ ਬ੍ਰਹਮ ਹੈ ਹੀ ਹੈ। ਇੱਦਾਂ ਦਾ ਸਾਖਸ਼ਾਤ ਅਨੁਭਵ ਕਰਾ ਦਿੰਦੇ ਗੁਰੂ ਕਰਾ ਸਕਦਾ। ਹੋਰ ਦੁਨੀਆ ਦਾ ਕੋਈ ਬੰਦਾ ਫਿਲਾਸਫਰ, ਗਿਆਨੀ, ਡਾਕਟਰ, ਵਿਦਵਾਨ ਇਹ ਕੰਮ ਨਹੀਂ ਕਰ ਸਕਦਾ ਜਿਹੜਾ ਗੁਰੂ ਕਰ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਬਾਬਾ ਵਿਧੀ ਚੰਦ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਅਧਿਕ ਪ੍ਰਸੰਨ ਹੋਏ ਢਿਗ ਰਾਖੈ। ਬੜੇ ਪ੍ਰਸੰਨ ਹੋ ਕੇ ਮਹਾਰਾਜ ਬਾਬਾ ਵਿਧੀ ਚੰਦ ਜੀ ਨੂੰ ਆਪਣੇ ਕੋਲ ਰੱਖਦੇ ਸਨ। ਨਿਜ ਮਨ ਬਾਤ ਤਾਹੇ ਸੋ ਭਾਖੈ। ਸਤਿਗੁਰੂ ਜੀ ਆਪਣੇ ਮਨ ਦੀ ਹਰ ਗੱਲ ਬਾਬਾ ਵਿਧੀ ਚੰਦ ਜੀ ਨਾਲ ਸਾਂਝੀ ਕਰ ਲੈਂਦੇ ਸਨ। ਕੋਈ ਵੀ ਬਚਨ ਹੋਵੇ, ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਰਾਜਨੀਤਿਕ ਹੋਵੇ, ਭਾਵੇਂ ਸਮਾਜਿਕ ਹੋਵੇ, ਭਾਵੇਂ ਪਰਿਵਾਰਕ ਹੋਵੇ, ਗੁਰੂ ਸਾਹਿਬ ਵਿਧੀ ਚੰਦ ਨੂੰ ਹਰ ਗੱਲ ਦੱਸ ਦਿੰਦੇ, ਹਰ ਗੱਲ ਪੁੱਛ ਲੈਂਦੇ। ਤੇ ਬਾਬਾ ਵਿਧੀ ਚੰਦ ਜੀ ਵੀ ਭਗਤੀ ਦਾ ਰੂਪ ਸਨ। ਗੁਰੂ ਪ੍ਰਤੀ ਉਹਨਾਂ ਦੀ ਭਗਤੀ, ਉਹਨਾਂ ਦੀ ਨਿਸ਼ਠਾ, ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਪਿਆਰ ਜਿਹੜਾ ਸੀ ਉਹ ਡੁੱਲ ਡੁੱਲ ਪੈਂਦਾ ਸੀ। ਇਸ ਪ੍ਰਕਾਰ ਦਿਨ ਗੁਰੂ ਬਿਤਾਵੈ। ਇਸ ਪ੍ਰਕਾਰ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਇਹ ਸਮਾਂ ਬਤੀਤ ਕਰਦੇ ਹਨ। ਗੁਰ ਸਿੱਖੀ ਮਗ ਬਹੁ ਬਿਦਤਾਵੈ। ਗੁਰਸਿੱਖੀ ਦਾ ਮਾਰਗ ਦੁਨੀਆ 'ਚ ਪ੍ਰਗਟ ਕਰਦੇ ਹਨ। ਤੀਰ ਸਤਦਰਵ ਜਾਏ ਨਿਹਾਰੈ। ਔਰ ਕਦੀ ਕਦੀ ਮਹਾਰਾਜ ਜੀ ਸਤਲੁਜ ਦਰਿਆ ਦੇ ਕੰਢੇ ਚਲੇ ਜਾਂਦੇ ਹਨ। ਦਰਿਆ ਦੇ ਕੰਢੇ ਸੈਰ ਕਰਦੇ ਘੋੜੇ ਤੇ ਬਹਿ ਕੇ, ਕਦੀ ਪੈਦਲ। ਉੱਥੇ ਦਰਿਆ ਦਾ ਬਹੁਤ ਸੋਹਣਾ ਇਲਾਕਾ ਹੈ, ਸਤਲੁਜ ਦਾ ਕਿਨਾਰਾ ਬਹੁਤ ਸੁੰਦਰ ਹੈ। ਜਲ ਨਿਰਮਲ ਕੀ ਸਿਫਤ ਉਚਾਰੈ। ਤੇ ਜਲ ਨਿਰਮਲ ਚੱਲਦਾ। ਅੱਜ ਕੱਲ੍ਹ ਤਾਂ ਦਰਿਆਵਾਂ ਦਾ ਪਾਣੀ ਫੈਕਟਰੀਆਂ ਗੰਦੀਆਂ ਦਾ ਪਾਣ ਕਰਕੇ ਸਾਧ ਸੰਗਤ ਜੀ ਮੈਲਾ ਹੋ ਗਿਆ ਨਾ। ਪਹਿਲਾਂ ਲੋਕ ਗੰਦਾ ਪਾਣੀ ਕਦੀ ਦਰਿਆ 'ਚ ਨਹੀਂ ਸੀ ਪਾਉਂਦੇ ਹੁੰਦੇ। ਉਹ ਦਰਿਆ ਨੂੰ ਪਰਮਾਤਮਾ ਦਾ, ਦੇਵਤਾ ਦਾ ਰੂਪ ਸਮਝਦੇ ਸਨ। ਤੇ ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੇ ਅਨਪੜ੍ਹਾਂ ਵਾਲੇ ਕੰਮ ਕਰਦੇ। ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਅਨਪੜ੍ਹ ਸਨ, ਪਰ ਸਾਡੇ ਨਾਲੋਂ ਕਿਤੇ ਸਿਆਣੇ ਸਨ। ਉਹਨਾਂ ਨੇ ਨਦੀਆਂ ਦਰਿਆ ਸਾਂਭ ਕੇ ਰੱਖੇ ਹੋਏ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਕੀਰਤਪੁਰ ਸਾਹਿਬ ਸਤਲੁਜ ਇੰਨਾ ਨਿਰਮਲ ਜਲ ਵਗਦਾ ਸੀ ਬਈ ਉਹਦੇ ਵਿੱਚ ਰੁਪਈਆ ਸੁੱਟੋ ਉਹਦੇ ਥੱਲੇ ਜ਼ਮੀਨ 'ਚ ਦਿਸਦਾ ਦਰਿਆ 'ਚੋਂ, ਇੰਨਾ ਸਾਫ਼ ਹੁੰਦਾ ਸੀ ਨੀਲਾ ਜਲ। ਤੇ ਆਹ ਹੁਣ ਫੈਕਟਰੀਆਂ ਦਾ ਤੇ ਹੋਰ ਉੱਤੋਂ ਪਹਾੜਾਂ 'ਚੋਂ ਕਈ ਵਾਰੀ ਪਾਣੀ ਖਰਾਬ ਕਰ ਦਿੰਦੇ ਆ, ਪਰ ਜਲ ਜਿਹੜਾ ਸੀ ਬਹੁਤ ਨਿਰਮਲ। ਤੇ ਮਹਾਰਾਜ ਉਹਦੀ ਸਿਫਤ ਕਰਦੇ ਸਨ। ਬਾਣੀ ਵਿੱਚ ਵੀ ਬਚਨ ਆਉਂਦਾ ਨਾ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਸਤਿਗੁਰ ਪਾਈਐ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੈ। ਗੁਰੂ ਵੀ ਇੱਕ ਦਰਿਆ ਹੈ। ਗੁਰੂ ਨੂੰ ਦਰਿਆ ਦੀ ਉਪਮਾ ਕਿਉਂ ਦਿੱਤੀ ਹੈ? ਕਿਉਂਕਿ ਦਰਿਆ ਵੀ ਇੱਕ ਆਪਣੇ ਆਪ 'ਚ ਬੜੀ ਵੱਡੀ ਸ਼ਕਤੀ ਹੈ। ਉਹਨੂੰ ਗੁਰੂ ਸਾਹਿਬ ਦੇਖਦੇ ਕੁਦਰਤ ਨੂੰ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹਾਂਜੀ। ਭਾਵ ਸਰਿਤ ਜਗ ਮਹਿ ਪ੍ਰਗਟਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਉਹ ਦਰਿਆਵਾਂ ਨੂੰ ਵੇਖਦੇ ਆ, ਸਤਲੁਜ ਨੂੰ ਇਸ਼ਨਾਨ ਕਰਦੇ, ਉਹਦੇ ਵਿੱਚ ਬਾਣੀ 'ਚ ਬਚਨ ਆਉਂਦਾ ਨਾ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਸੰਤਾਂ ਮਹਾਂਪੁਰਸ਼ਾਂ ਦੀ ਦਰਿਆਵਾਂ ਨਾਲ ਦੋਸਤੀ ਹੁੰਦੀ ਹੈ। ਕਿਉਂ? ਅੰਮ੍ਰਿਤ ਵੇਲੇ ਉੱਠਣਾ, ਦਰਿਆਵਾਂ 'ਤੇ ਇਸ਼ਨਾਨ ਕਰਨਾ ਤੇ ਨਾਮ ਜਪਣਾ। ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ 'ਤੇ ਕਰਤਾਰਪੁਰ ਵਸਾਇਆ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਿਆਸਾ ਦੇ ਕੰਢੇ 'ਤੇ ਵਸਾਇਆ ਹੈ। ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਗੋਬਿੰਦਪੁਰਾ ਬਿਆਸਾ ਦੇ ਕੰਢੇ 'ਤੇ ਬਣਾਇਆ ਹੈ। ਫਿਰ ਕੀਰਤਪੁਰ ਸਾਹਿਬ ਸਤਲੁਜ ਦੇ ਕੰਢੇ 'ਤੇ ਹੈ। ਅਨੰਦਪੁਰ ਸਾਹਿਬ ਸਤਲੁਜ ਦੇ ਕੰਢੇ 'ਤੇ ਹੈ। ਪਟਨਾ ਸਾਹਿਬ ਗੰਗਾ ਦੇ ਕੰਢੇ 'ਤੇ ਹੈ। ਪੌਂਟਾ ਸਾਹਿਬ ਜਮਨਾ ਦੇ ਕੰਢੇ 'ਤੇ ਹੈ। ਹਜ਼ੂਰ ਸਾਹਿਬ ਗੋਦਾਵਰੀ ਦੇ ਕੰਢੇ 'ਤੇ ਹੈ।
ਦਰਿਆਵਾਂ ਦੇ ਉੱਤੇ ਬਹਿ ਕੇ ਨਾਮ ਜਪਣਾ, ਇਸ਼ਨਾਨ ਕਰਨਾ ਵੱਖਰਾ ਹੀ ਮਹਾਤਮ ਦੱਸਦੇ ਹਨ ਇਹਦਾ। ਤੇ ਨਾਲੇ ਪ੍ਰੇਮਾ ਭਗਤੀ ਦੀ ਨਦੀ ਚਲਾ ਦਿੱਤੀ ਹੈ। ਜਿਹੜੀ ਪ੍ਰੇਮਾ ਭਗਤੀ ਦੀ ਗੰਗਾ ਹੈ ਇਹ ਘਰ ਘਰ ਪਹੁੰਚਾ ਦਿੱਤੀ ਹੈ। ਵੈਸੇ ਦਰਿਆ ਘਰ ਘਰ ਨਹੀਂ ਜਾਂਦੇ, ਦਰਿਆ ਤਾਂ ਇੱਕ ਖਾਸ ਇਲਾਕੇ 'ਚ ਵਗਦੇ ਹਨ, ਪਰ ਗੁਰੂ ਨਾਨਕ ਦੀ ਭਗਤੀ ਦੀ ਗੰਗਾ ਉਹ ਘਰ ਘਰ ਪਹੁੰਚ ਗਈ ਹੈ। ਚਾਹੁੰਦੇ ਛ ਸਗਨ ਘਟਾ ਕੁਰ ਆਈ। ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਦਿਨ ਦਰਿਆ ਦੇ ਉੱਤੇ ਸ੍ਰੀ ਕੀਰਤਪੁਰ ਸਾਹਿਬ ਲਾਗੇ ਘੁੰਮਦੇ ਹਨ ਤੇ ਕਾਲੀਆਂ ਘਟਾਵਾਂ, ਕਾਲੇ ਬੱਦਲ ਜਿਹੜੇ ਹਨ ਉਹ ਚੜ੍ਹ ਕੇ ਆਏ ਹਨ। ਬਰਨ ਬਰਨ ਕੇ ਜਲ ਤਰ ਬਰਖਾ ਹੈ। ਤੇ ਬੜੀ ਬਰਖਾ ਹੁੰਦੀ ਹੈ, ਰੰਗ ਰੰਗ ਦੇ ਬੱਦਲ ਵਸਦੇ ਹਨ। ਕਿਤੇ ਨਿੱਕੀ ਨਿੱਕੀ ਕਣੀ ਪੈਂਦੀ ਹੈ, ਕਿਤੇ ਮੋਟੀ ਕਣੀ ਪੈਂਦੀ। ਬੱਦਲਾਂ ਦੇ ਵੀ ਕਈ ਰੂਪ ਹੁੰਦੇ। ਕਵੀ ਜੀ ਨੇ ਐਵੇਂ ਨਹੀਂ ਲਿਖਿਆ ਬਰਨ ਬਰਨ ਕੇ ਜਲਦਰ ਬਰਖਾ। ਬੱਦਲ ਵੀ ਕਈ ਵਾਰੀ ਤੁਸੀਂ ਦੇਖਿਆ ਨੀਲੇ ਹੁੰਦੇ ਆ, ਕਈ ਵਾਰੀ ਬੱਦਲ ਜਿਹੜੇ ਆ ਚਿੱਟੇ ਚਿੱਟੇ ਹੁੰਦੇ ਆ, ਕਈ ਵਾਰੀ ਬੱਦਲ ਕਾਲੇ ਹੁੰਦੇ ਆ। ਤੇ ਉਹਨਾਂ ਬੱਦਲਾਂ ਦੇ ਵਿੱਚੋਂ ਕਣੀਆਂ ਵੀ ਜਿਹੜੀਆਂ ਹਨ ਕਿਤੇ ਮੋਟੀਆਂ ਛੜਾਕੇ ਵਾਲੀਆਂ ਪੈਂਦੀਆਂ, ਕਿਤੇ ਗੜੇ ਪੈਂਦੇ ਆ, ਕਿਤੇ ਨਿੱਕੀ ਨਿੱਕੀ ਰਿਮ ਝਿਮ ਪੈਂਦੀ ਹੈ, ਕਿਤੇ ਛੜਾਕੇ ਦਾ ਮੀਂਹ ਪੈਂਦਾ ਹੈ ਤੇ ਕਿਤੇ ਪਤਲੀ ਪਤਲੀ ਫੂੜ ਪੈਂਦੀ, ਫੁਹਾਰ ਪੈਂਦੀ ਹੈ। ਇਹ ਮਹਾਰਾਜ ਦੇ ਰੰਗ ਹਨ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮਹਾਰਾਜ ਛੇਵੇਂ ਪਾਤਸ਼ਾਹ ਇਹਨਾਂ ਰੰਗਾਂ ਨੂੰ ਵੇਖਦੇ ਹਨ। ਇਹ ਅਨੁਭਵੀ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ। ਸਾਡਾ ਤੇ ਮਹਾਂਪੁਰਸ਼ਾਂ ਦਾ ਕੀ ਫਰਕ ਹੈ? ਅਸੀਂ ਆਪਣੇ ਮਾਇਆ ਦੇ ਚੱਕਰ 'ਚ ਮਸਤ ਰਹਿੰਦੇ ਹਾਂ। ਬਸ ਛੋਟੀ ਜੀ ਸਾਡੀ ਦੁਨੀਆ ਹੈ। ਤੇ ਜਿਹੜੇ ਮਹਾਂਪੁਰਸ਼ ਨੇ ਉਹ ਕੁਦਰਤ ਦੇ ਵਿੱਚ ਇਸੇ ਦੁਨੀਆ ਵਿੱਚ ਰੱਬ ਨੂੰ ਦੇਖ ਲੈਂਦੇ ਆ, ਕਾਦਰ ਨੂੰ ਦੇਖ ਲੈਂਦੇ ਆ। ਹਾਂਜੀ। ਮਿਟੀ ਤਪਤ ਜੰਤੂ ਜਨ ਹਰਖਾ ਹੈ। ਕਹਿੰਦੇ ਜਦੋਂ ਮੀਂਹ ਵਸਿਆ, ਤਪਸ਼ ਜਿਹੜੀ ਸੀ, ਗਰਮੀ ਦੂਰ ਹੋ ਗਈ, ਜੀਵ ਜੰਤੂ ਖੁਸ਼ ਹੋਏ, ਧਰਤੀ ਤੇ ਹਰਿਆਲੀ ਆ ਗਈ। ਨੀਰ ਨਵੀਨ ਨਦੀ ਮਹਿ ਚੱਲਾ। ਔਰ ਨਵਾਂ ਨਵਾਂ ਜਲ ਨਦੀਆਂ ਦੇ ਵਿੱਚ ਚੱਲਣ ਲੱਗ ਪਿਆ। ਕੂਲਨ ਕੋ ਢਾਹਤ ਜਨ ਗਿਲਾ। ਕਹਿੰਦੇ ਕੂਲਾਂ ਨੂੰ ਢਾਂਦਾ ਹੋਇਆ ਦਰਿਆਵਾਂ ਦਾ ਪਾਣੀ ਜਾਂਦਾ ਹੈ। ਤ੍ਰਿਣ ਕਾਸ਼ਟ ਸੰਚੈ ਬਹੁ ਬਹਾ। ਵਿੱਚ ਬਹੁਤ ਸਾਰਾ ਲੱਕੜੀ, ਬਹੁਤ ਸਾਰਾ ਘਾਹ ਫੂਸ ਵੀ ਰੁੜਦਾ ਜਾਂਦਾ ਹੈ। ਜਲ ਜੰਤੂ ਉਛਲਤ ਸੁਖ ਲਹਾ। ਔਰ ਮੀਂਹ ਪੈਣ ਨਾਲ ਦਰਿਆਵਾਂ 'ਚ ਪਾਣੀ ਬਹੁਤ ਹੋ ਗਿਆ। ਸਤਲੁਜ ਦੇ ਵਿੱਚ ਹੁਣ ਮੱਛੀਆਂ ਟਪੂਸੀਆਂ ਮਾਰਦੀਆਂ ਹਨ, ਉਛਲਦੀਆਂ ਹਨ। ਕਈ ਤਰ੍ਹਾਂ ਦੇ ਜਲ ਜੰਤੂ, ਮਗਰਮੱਛ ਵਗੈਰਾ ਦਰਿਆ ਦੇ ਵਿੱਚ ਮੌਜਾਂ ਲੈਂਦੇ ਹਨ। ਕਨ ਕੋਰਨ ਤੇ ਮੋਰਨ ਸ਼ੋਰ। ਤੇ ਹੁਣ ਸਾਵਣ ਦੇ ਮਹੀਨੇ ਦੇ ਵਿੱਚ ਜਦੋਂ ਬੱਦਲ ਗਰਜਦੇ ਨੇ, ਕਨਘੋਰ ਕਰਦੇ ਨੇ, ਤੇ ਉਸ ਵੇਲੇ ਮੋਰ ਸ਼ੋਰ ਮਚਾਉਂਦੇ ਨੇ। ਉਸ ਵੇਲੇ ਮੋਰ ਪੈਲਾਂ ਪਾਉਂਦੇ ਨੇ। ਸੁਨੀਅਤ ਕੀਰਤ ਪੁਰ ਚਹੁ ਔਰ। ਊਨਵ ਕਨਹਰ ਗਰਜੈ ਬਰਸੈ, ਕੋਕਲ ਮੋਰ ਬਿਰਾਗੈ, ਤਰਵਰ ਬਿਰਖ ਭਯੰਗ ਭਯੰਗਮ ਘਰ ਫਿਰ ਧਨ ਸੁਹਾਗੈ। ਮਹਾਰਾਜ ਨੇ ਦੇਖਿਆ ਨਾ, ਜਦੋਂ ਬੱਦਲ ਨੀਵੇਂ ਹੋ ਕੇ ਵਸਦੇ ਨੇ, ਕੋਇਲਾਂ ਕੂਕਦੀਆਂ ਨੇ ਤੇ ਮੋਰ ਪੈਲਾਂ ਪਾਉਂਦੇ ਨੇ। ਇਸ ਤਰ੍ਹਾਂ ਸਾਰੇ ਪਸ਼ੂ ਪੰਛੀ ਖੁਸ਼ ਹੁੰਦੇ ਨੇ। ਬਿਨਾ ਧੂੜ ਤੇ ਸੈਲ ਬਿਸਾਲੇ। ਕਹਿੰਦੇ ਪਹਾੜਾਂ ਦੇ ਉੱਤੇ ਜਿਹੜੀ ਧੂੜ ਜੰਮੀ ਹੋਈ ਸੀ ਉਹ ਬਹਿ ਗਈ ਹੈ ਤੇ ਹੁਣ ਪਹਾੜ ਸਾਫ਼ ਦਿਸਣ ਲੱਗ ਪਏ ਨੇ। ਖਰੇ ਤਰੋਵਰ ਫਲ ਤਰਸਾਲੇ। ਔਰ ਸਾਧ ਸੰਗਤ ਜੀ, ਇਹਨੂੰ ਕਹਿੰਦੇ ਰਿਤੂ ਵਰਣਨ। ਇਹ ਕਵੀ ਸੰਤੋਖ ਸਿੰਘ ਜੀ ਦਾ ਕਮਾਲ ਹੈ। ਉਹ 9 ਰਸਾਂ ਦੇ ਕਵੀ ਸਨ। ਵੀਰ ਰਸ ਜਿੱਥੇ ਆਉਂਦਾ ਉੱਥੇ ਵੀਰ ਰਸ ਦਾ ਨਜ਼ਾਰਾ ਬੰਨ੍ਹ ਦਿੰਦੇ ਆ। ਜਿੱਥੇ ਸ਼ਿੰਗਾਰ ਰਸ ਦੀ ਲੋੜ ਮਹਿਸੂਸ ਕਰਦੇ ਆ ਉੱਥੇ ਸ਼ਿੰਗਾਰ ਰਸ ਦਾ ਵਰਣਨ ਕਰਦੇ ਆ। ਜਿੱਥੇ ਸਾਧ ਸੰਗਤ ਜੀ ਸ਼ਾਂਤ ਰਸ ਦੀ ਲੋੜ ਉੱਥੇ ਸ਼ਾਂਤ ਰਸ, ਜਿੱਥੇ ਕਰੁਣਾ ਰਸ ਦੀ ਲੋੜ ਉੱਥੇ ਕਰੁਣਾ ਰਸ, ਜਿੱਥੇ ਹਾਸ ਰਸ ਦੀ ਲੋੜ ਹੈ ਉੱਥੇ ਹਾਸ ਰਸ ਵੀ ਵਰਤ ਲੈਂਦੇ ਆ। ਇਹ ਪੂਰੇ ਕਵੀ ਭਾਈ ਸੰਤੋਖ ਸਿੰਘ ਜੀ ਹੋਏ ਹੈ। ਹੁਣ ਇਹ ਰਿਤੂ ਵਰਣਨ ਕਰ ਰਹੇ ਆ। 6 ਰੁੱਤਾਂ ਨੇ ਸਾਲ ਦੀਆਂ। ਹੁਣ ਇਹ ਕਰ ਰਹੇ ਆ ਜਿਹੜੀ ਹੁੰਦੀ ਹੈ ਨਾ ਬਰਸਾਤ, ਵਰਖਾ ਦੀ ਰੁੱਤ, ਸਾਉਣ ਭਾਦੋਂ ਦੀ। ਆ ਜਿਹੜੀ ਅੱਜ ਕੱਲ੍ਹ ਸਾਉਣ ਦਾ ਮਹੀਨਾ ਚੱਲਿਆ, ਉੱਥੇ ਇੰਡੀਆ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਉਹਦਾ ਵਰਣਨ ਕਰ ਰਹੇ। ਕਹਿੰਦੇ ਮੀਂਹ ਪੈਣ ਦੇ ਨਾਲ ਧੂੜ ਮਿੱਟੀ ਗਰਦ ਜਿਹੜੀ ਉੱਡੀ ਹੋਈ ਸੀ ਬੈਠ ਗਈ ਹੈ ਤੇ ਹੁਣ ਪਹਾੜੀਆਂ ਸਾਫ਼ ਦਿਸਣ ਲੱਗੀਆਂ ਹਨ। ਭਾਂਤ ਭਾਂਤ ਕੀ ਸ਼ੋਭਾ ਹੋਤ। ਤੇ ਭਾਂਤ ਭਾਂਤ ਦੀ ਸ਼ੋਭਾ ਕੀਰਤਪੁਰ ਸਾਹਿਬ ਆਲੇ ਦੁਆਲੇ ਪਹਾੜਾਂ ਦੇ ਵਿੱਚ ਹੁੰਦੀ ਹੈ। ਸਤਿਗੁਰ ਹੇਰਤ ਆਨੰਦ ਉਦੋਤ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਉਹਨਾਂ ਪਹਾੜੀਆਂ ਦੀ ਸੈਲ ਕਰਦੇ ਨੇ। ਬੜਾ ਆਨੰਦ ਪ੍ਰਗਟ ਹੁੰਦਾ ਹੈ।
ਜਿੱਧਰ ਜਿੱਧਰ ਮਹਾਰਾਜ ਛੇਵੇਂ ਪਾਤਸ਼ਾਹ ਦੀ ਨਿਗਾਹ ਪੈਂਦੀ ਹੈ ਉਧਰ ਹੀ ਸਾਧ ਸੰਗਤ ਜੀ ਆਨੰਦ ਹੀ ਆਨੰਦ ਖਿੜ ਜਾਂਦਾ ਹੈ। ਹਾਂਜੀ, ਹਰਿਆਵਲ ਹੋਈ ਸਭ ਰਵਨੀ। ਸਾਰੀ ਧਰਤੀ ਹਰੀ ਭਰੀ ਹੋ ਗਈ। ਕੀਰਤਪੁਰ ਸਾਹਿਬ ਦਾ ਆਲਾ ਦੁਆਲਾ ਹਰਿਆਲੀ ਨਾਲ ਭਰ ਗਿਆ ਹੈ। ਇੰਦ ਬੱਦੂ ਜਤ ਦੇਖਨ ਅਵਨੀ। ਕਹਿੰਦੇ ਚੀਚ ਬੋਟੀਆਂ ਜਿਹੜੀਆਂ ਹਨ ਉਹ ਵੀ ਆਪੋ ਆਪਣੇ ਰੰਗ ਵਿੱਚ ਰਾਗ ਗਾਉਂਦੀਆਂ ਹਨ ਤੇ ਸਾਧ ਸੰਗਤ ਜੀ ਸਾਰੇ ਪਾਸੇ ਹੀ ਸੁੰਦਰਤਾ ਧਰਤੀ ਦੀ, ਜਿਵੇਂ ਧਰਤੀ ਨੇ ਹਰੇ ਰੰਗ ਦੀ ਚੁੰਨੀ ਲੈ ਲਈ ਹੋਵੇ। ਹਾਂਜੀ, ਸਾਵਣ ਅਰ ਭਾਦਰੋ ਜੁਗਮਾਸ। ਸਾਵਣ ਤੇ ਭਾਦਰੋਂ ਇਹ ਜਿਹੜੇ 2 ਮਹੀਨੇ ਹਨ। ਕੀਰਤਪੁਰ ਮੈਂ ਕਰ ਹੈ ਬਿਲਾਸ। ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿੱਚ ਬੜੇ ਬਿਲਾਸ ਕਰਦੇ, ਬੜੇ ਕੌਤਕ ਕਰਦੇ ਛੇਵੇਂ ਪਾਤਸ਼ਾਹ ਜੀ ਮਹਾਰਾਜ। ਸ਼ਬਦ ਕੀਰਤਨ ਹੋਏ ਸਦਾਈ। ਕੀਰਤਨ ਹਮੇਸ਼ਾ ਹੁੰਦਾ ਰਹਿੰਦਾ। ਸ਼ਬਦ ਕੀਰਤਨ ਦੀ ਤਾਂ ਸ਼ਹਿਬਰ ਲੱਗੀ ਰਹਿੰਦੀ। ਬਾਣੀ ਦਾ ਪ੍ਰਵਾਹ ਕੀਰਤਨ ਦਾ ਤਾਂ 8 ਪਹਿਰ ਹੀ ਹੈ। ਹਾਂਜੀ, ਸੁਨ ਸੁਨ ਸਿੱਖਿਆਨ ਗੁਰਮਤਿ ਭਾਈ। ਜਦੋਂ ਗੁਰੂ ਕੇ ਸਿੱਖ ਬਾਣੀ ਸੁਣਦੇ ਆ, ਗੁਰੂ ਦੀ ਮੱਤ ਲੈਂਦੇ ਆ, ਬੜਾ ਆਨੰਦ ਆਉਂਦਾ ਹੈ। ਇੱਦਾਂ ਕੀਰਤਪੁਰ ਸਾਹਿਬ ਦੀ ਕਥਾ ਆਪਾਂ ਹੁਣ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।